हाँ जी, सत श्री अकाल। मैं कुलदीप सिंह सिद्धू। तो जिमें आपां नूं पता है भी PSSB बहुत सारे क्लैरीकल ਦੇ एग्जाम ने ਜਿਹੜੇ ਉਹ ਕੰਡਕਟ ਕਰਾ ਰਿਹਾ ਪੰਜਾਬ ਦੇ ਵਿੱਚ। ਸੋ ਉਹਨਾਂ ਪੇਪਰਾਂ ਵਾਸਤੇ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਠੀਕ ਹੈ, 10 ਤੋਂ 15 ਨੰਬਰ ਦਾ ਪੇਪਰ ਆਉਂਦਾ ਜਿਹੜਾ ਕੰਪਿਊਟਰ ਦਾ ਪੋਰਸ਼ਨ ਹੈ ਤੇ ਬਹੁਤ ਈਜ਼ੀ ਪੋਰਸ਼ਨ ਆਉਂਦਾ ਹੈ। ਤੇ ਬਾਕੀ ਦੇ ਜਿਹੜੇ ਪੇਪਰ ਨੇ ਕਲੈਰੀਕਲ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਉਹ ਐਕਸਲ, ਵਰਡ, ਪਾਵਰ ਪੁਆਇੰਟ ਜਾਂ ਪ੍ਰਿੰਟਰ ਬਾਰੇ ਜਾਂ ਥੋੜੀਆਂ ਜਿਹੀਆਂ ਅਲੱਗ ਜਿਹੀਆਂ ਚੀਜ਼ਾਂ ਪੁੱਛ ਲੈਂਦਾ ਹੈ। ਠੀਕ ਹੈ, ਸੋ ਉਹਦੇ ਬਾਰੇ ਆਪਾਂ ਨੂੰ ਸਾਰੇ ਪੁਰਾਣੇ ਕੁਐਸਚਨ ਦੇਖਣੇ ਪੈਣਗੇ। ਸੋ ਇਸ ਤੋਂ ਪਹਿਲਾਂ ਆਪਾਂ ਇੱਕ ਪਾਰਟ ਅਪਲੋਡ ਕਰ ਚੁੱਕੇ ਹਾਂ, ਉਹਦਾ ਮੈਂ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ, ਕਿਉਂਕਿ ਇਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਥਿਊਰੀ ਵੀ ਨਾਲ ਕਰਵਾਈ ਹੋਈ ਹੈ, ਪਿਛਲੇ ਪਾਰਟ ਦੇ ਵਿੱਚ ਵੀ ਤੇ ਇਹਦੇ ਵਿੱਚ ਵੀ। ਹੋ ਸਕਦਾ ਵੀਡੀਓ ਥੋੜੀ ਜਿਹੀ ਲੰਬੀ ਹੋ ਜੇ, ਪਰ ਹਜੇ ਕਾਫੀ ਟਾਈਮ ਪਿਆ ਹੈ, ਜਿਵੇਂ ਤਾਂ ਕਰਕੇ ਇਕੱਲੇ ਕੁਐਸਚਨ ਕਰਨ ਨਾਲ ਗੱਲ ਨਹੀਂ ਬਣਦੀ। ਜਿੰਨਾ ਚਿਰ ਆਪਾਂ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ, ਮੰਨ ਲਓ ਇੱਕ ਕੁਐਸਚਨ ਆ ਗਿਆ, ਉਹਦੇ ਨਾਲ ਮਿਲਦੀ ਜੁਲਦੀ ਪੂਰੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਕੁਐਸਚਨ ਸੋਲਵ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈਗਾ ਕਿ ਉਹੀ ਕੁਐਸਚਨ ਪਾਇਆ ਜਾਵੇ, ਉਹ ਪਾਏ ਵੀ ਜਾਂਦੇ ਨੇ, ਪਰ ਉਹਦੇ ਤੋਂ ਥੋੜਾ ਜਿਹਾ ਜੇ ਬਦਲ ਕੇ ਪਾਇਆ ਜਾਓ ਆਸਾ ਪਾਸਾ ਕਰਕੇ, ਤਾਂ ਫਿਰ ਤੁਹਾਡੇ ਕੁਐਸਚਨ ਨਿਕਲਣਗੇ। ਠੀਕ ਹੈ, ਤਾਂ ਐਵੇਂ ਫਾਲਤੂ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ। ਕੋਈ ਤੁਹਾਨੂੰ ਨੋਟਸਾਂ ਤੇ ਪੈਸੇ ਲਾਉਣ ਦੀ ਲੋੜ ਨਹੀਂ, ਐਵੇਂ 1000 1200 1500 800 500 ਕੁਛ ਵੀ ਕਰਨ ਦੀ ਲੋੜ ਨਹੀਂ। ਨੋਟਸ ਤੁਹਾਨੂੰ ਚਾਹੀਦੇ, ਤੁਹਾਨੂੰ ਮੈਂ ਨੋਟਸ ਫ੍ਰੀ ਦੇ ਰਿਹਾ। ਤੁਸੀਂ ਮੈਂ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ, ਜਾ ਕੇ ਇੰਸਟਾਗ੍ਰਾਮ ਤੇ ਤੁਸੀਂ ਮੈਨੂੰ ਮੈਸੇਜ ਕਰੋ। ਸੋ ਨੋਟਸ ਤੁਸੀਂ ਫ੍ਰੀ ਲੈ ਸਕਦੇ ਹੋ। ਪਲੱਸ ਤੁਸੀਂ ਆਪਾਂ 2 ਪਲੇਲਿਸਟ ਨੇ ਜਿਹੜੀਆਂ ਉਹ ਤਿਆਰੀ ਕਰਵਾ ਦੇਣੀਆਂ ਕੰਪਿਊਟਰ ਦੇ ਹਰੇਕ ਟੌਪਿਕ ਦੀ। ਪਹਿਲੀ ਹੈ ਆਫਿਸ ਪ੍ਰੋਡਕਟਿਵਿਟੀ ਟੂਲ, ਜਿਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਤੇ ਦੂਜੀ ਆਪਣੀ ਮੇਨ ਚੱਲ ਰਹੀ ਹੈ ਗ੍ਰੈਂਡ ਸੀਰੀਜ਼। ਠੀਕ ਹੈ, ਜਿਹਦੇ ਵਿੱਚ ਆਪਾਂ ਚੈਪਟਰ ਵਾਈਜ਼, ਟੌਪਿਕ ਵਾਈਜ਼ ਤੇ ਲੈਵਲ ਵਾਈਜ਼ ਕੁਐਸਚਨ ਡਿਸਕਸ ਕਰ ਰਹੇ ਹਾਂ। ਠੀਕ ਹੈ, ਸੋ ਇਹ ਆਪਾਂ ਪਾਰਟ 2 ਹੈ ਪ੍ਰੀਵੀਅਸ ਈਅਰ ਕੁਐਸਚਨ ਦਾ, ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ PSSB ਦਾ 2015 ਦਾ ਸਟੈਨੋਗ੍ਰਾਫਰ ਦਾ ਪੇਪਰ। ਸਟੈਨੋਗ੍ਰਾਫਰ ਹੋ ਗਿਆ, ਕਲਰਕ ਹੋ ਗਿਆ, ਸਿਮਿਲਰ ਜੀਆਂ ਡੋਮੇਨ ਨੇ ਇਹ ਦੋਨੋਂ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈਗਾ, ਕਹਿੰਦਾ IPv4 ਐਡਰੈਸ ਇਜ਼ ਡੈਸ਼ ਬਿਟਸ ਲੌਂਗ। ਕਹਿੰਦਾ IPv4 ਕਿੰਨੇ ਬਿਟ ਦਾ? ਆਪਸ਼ਨਾਂ ਨੇ ਪਹਿਲਾਂ। ਹੁਣ ਆਪਾਂ ਜੇ ਮੈਂ ਤੁਹਾਨੂੰ ਆਨਸਰ ਦੱਸਦੇ ਹਾਂ ਵੀ ਕਿਹੜਾ ਕੀ ਹੈ, ਤਾਂ ਫਿਰ ਯਾਦ ਕਰਨ ਵਾਲੀ ਗੱਲ ਹੈ। ਤਾਂ IP ਐਡਰੈਸ ਨੂੰ ਲੌਜੀਕਲ ਐਡਰੈਸ ਵੀ ਬੋਲਦੇ ਆ। ਇਹ 2 ਤਰ੍ਹਾਂ ਦੇ ਹੁੰਦੇ ਨੇ, IPv4 ਤੇ IPv6। ਜੇ ਕੁਐਸਚਨ ਪੁੱਛ ਲੇ ਵੀ IP ਵਰਜਨ ਦੇ, IPv ਐਡਰੈਸ ਦੇ ਕੋਈ ਹੋਰ ਵੀ ਵਰਜਨ ਹੁੰਦੇ ਆ, ਹੋਰ ਕੋਈ ਵਰਜਨ ਨਹੀਂ ਹੁੰਦਾ। 1 2 3 ਨਹੀਂ ਹੁੰਦਾ, 4 ਹੁੰਦਾ, 5 ਨਹੀਂ ਹੁੰਦਾ, 6 ਹੁੰਦਾ। ਤੇ ਜਦੋਂ TCP/IP ਪ੍ਰੋਟੋਕੋਲ ਬਣ ਰਹੀ ਸੀ ਸਟਾਰਟਿੰਗ ਦੇ ਵਿੱਚ, ਹੈ ਨਾ, ਤਾਂ ਉਹਦੇ ਵਿੱਚ ਚੌਥੀ ਰਿਵੀਜ਼ਨ ਜਦੋਂ ਲੱਗੀ ਸੀ, ਚੌਥੀ ਰਿਵੀਜ਼ਨ ਵੇਲੇ ਬਣੀ ਸੀ ਉਹ, ਕਹਿ ਲਓ ਵੀ ਪੇਟੈਂਟ ਹੋਇਆ ਸੀ, ਤਾਂ ਕਰਕੇ ਇਹਨੂੰ IPv4 ਕਿਹਾ ਗਿਆ ਸੀ। ਤਾਂ IPv4 ਹੈ ਜਿਹੜਾ, ਇਹ 32 ਬਿਟ ਦਾ ਹੁੰਦਾ ਹੈ, ਜਾਂ ਬਿਟ ਨੂੰ ਆਪਾਂ ਬਾਈਟ 'ਚ ਕਨਵਰਟ ਕਰਾਂਗੇ ਤਾਂ 4 ਬਾਈਟ ਦਾ। ਕਿਉਂ? ਕਿਉਂਕਿ ਇੱਕ ਬਾਈਟ ਦੇ ਵਿੱਚ 8 ਬਿਟਸ ਹੁੰਦੀਆਂ ਨੇ। ਵੱਡਾ B ਰਿਪਰੈਜ਼ੈਂਟ ਕਰਦਾ ਬਾਈਟ ਨੂੰ, ਛੋਟਾ B ਰਿਪਰੈਜ਼ੈਂਟ ਕਰਦਾ ਬਿਟ ਨੂੰ। ਇੱਕ ਪਿੱਛੇ ਜਿਹਾ ਹੁਣੀ ਪੇਪਰ ਹੋਇਆ ਲਾਇਬ੍ਰੇਰੀਅਨ ਦਾ, ਉਹਦੇ 'ਚ ਉਹਨੇ ਇਹ ਪੁੱਛ ਲਿਆ 1 Mbps, ਇੱਕ ਹੁੰਦਾ 1 Mbps। P ਦਾ ਚਲੋ ਛੋਟਾ ਹੀ ਹੈ, ਦੋਨਾਂ ਦਾ ਮੀਨਿੰਗ ਸੇਮ ਨਹੀਂ ਹੈਗਾ। ਛੋਟੇ B ਦਾ ਮਤਲਬ ਤਾਂ ਹੈਗਾ ਬਿਟ। ਉਹਨੇ ਸਾਰੀਆਂ ਆਪਸ਼ਨਾਂ ਪਾਈਆਂ ਸੀ, 1 Mbps per second, 1 MB/s। ਆਪਸ਼ਨਾਂ ਦੇ ਵਿੱਚ ਉਹਨੇ ਐਬਰੀਵੇਸ਼ਨ ਪੁੱਛੀ ਸੀ। ਪਹਿਲਾ ਆਪਸ਼ਨ ਪਾਤਾ ਉਹਨੇ 1 Mbps/s, ਦੂਜਾ ਆਪਸ਼ਨ ਪਾਤਾ 1 megabits, ਪਹਿਲਾ ਹੋ ਗਿਆ 1 MB/s, ਦੂਜਾ ਹੋ ਗਿਆ 1 Mbps/s, ਤੀਸਰਾ ਹੋ ਗਿਆ microbits/s ਤੇ ਚੌਥਾ ਹੋ ਗਿਆ ਮੈਕਰੋ ਤੇ ਮਾਈਕਰੋ। ਤਾਂ ਆਨਸਰ ਉਹਦਾ ਫਿਰ ਸੀਗਾ ਬਿਟਸ, ਨਾ ਕਿ ਬਾਈਟ, ਕਿਉਂਕਿ ਛੋਟਾ B ਪਾਇਆ ਹੋਇਆ ਸੀ। ਤੇ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਧਿਆਨ ਦੇਣ ਵਾਲੀਆਂ ਨੇ। ਤੇ IPv6 ਹੈਗਾ ਜਿਹੜਾ, ਇਹ 128 ਬਿਟ ਦਾ ਹੁੰਦਾ ਹੈ, ਤੇ ਇਹਨੂੰ ਡਿਵਾਈਡ ਕਰਾਂਗੇ ਤਾਂ 16 ਬਾਈਟਸ ਬਣ ਜਾਣਗੀਆਂ। ਫਿਰ ਇਹਦਾ ਆਨਸਰ ਕੀ ਹੋ ਗਿਆ ਆਪਣੇ ਕੋਲੇ? 32 ਬਾਈਟਸ ਦਾ ਹੋ ਗਿਆ, 32 ਬਿਟਸ ਦਾ ਹੋ ਗਿਆ, ਸੌਰੀ। ਠੀਕ ਆ, ਅਗਲਾ ਕੁਐਸਚਨ ਹੈ, which of the following operating system is available in free operating system open source domain, free open source domain। ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਓਪਨ ਸੋਰਸ ਕੀ ਹੁੰਦਾ ਹੈ ਨਾ। ਤਾਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿਹੜਾ ਇਹਨਾਂ 'ਚ ਓਪਨ ਸੋਰਸ ਹੈ। macOS ਹੈ? ਨਹੀਂ, ਇਹ ਵੀ ਨਹੀਂ ਹੁੰਦਾ। Sun Solaris ਵੀ ਨਹੀਂ ਹੈ, Windows XP ਵੀ ਨਹੀਂ ਹੈ। ਆਨਸਰ ਤਾਂ ਇਹਦਾ D ਹੈ। ਲਾਈਨਿਕਸ ਇੱਕ ਫ੍ਰੀ ਅਤੇ ਓਪਨ ਸੋਰਸ ਡੋਮੇਨ ਹੈ। ਬਟ ਹੁਣ ਇੱਥੋਂ ਆਨਸਰ ਜਾਣ ਕੇ ਸਫੀਸ਼ੀਐਂਟ ਨਹੀਂ ਹੈ, ਮੈਂ ਦੱਸਦਾ ਕਿਹੜੇ ਕਿਹੜੇ ਪੋਪੂਲਰ ਓਪਰੇਟਿੰਗ ਸਿਸਟਮ ਨੇ। ਜਿਵੇਂ ਯੂਨਿਕਸ ਹੈ, ਇਹ ਸਾਰਾ ਤੁਸੀਂ ਪੜ੍ਹ ਲਿਓ, ਨਹੀਂ ਤਾਂ ਮੈਂ 2nd ਚੈਪਟਰ ਦੇ
ਆਪਰੇਟਿੰਗ ਸਿਸਟਮ ਵਾਲਾ ਮੈਨੂੰ ਲੱਗਦਾ ਸ਼ਾਇਦ ਤੀਜਾ ਪਤਾ ਨਹੀਂ ਚੌਥਾ ਚੈਪਟਰ ਹੈ, ਉਹਦੇ ਵਿੱਚ ਮੈਂ ਡਿਟੇਲ 'ਚ ਕਰਵਾਇਆ ਹੋਇਆ। ਮੈਂ ਲਿਸਟ ਇੱਥੇ ਵੀ ਦੇ ਦੇਣਾ, ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਪੜ੍ਹ ਲਿਓ। ਯੂਨਿਕਸ ਹੈ, MS DOS, ਵਿੰਡੋ, ਲਾਈਨਿਕਸ, ਉਬੰਟੂ ਤੇ ਮੈਕ OS, ਇਹ ਸਾਰੇ ਕੀ ਨੇ? ਆਪਰੇਟਿੰਗ ਸਿਸਟਮ ਨੇ। ਫਿਰ ਕੁਝ ਮੋਬਾਈਲ ਦੇ ਆਪਰੇਟਿੰਗ ਸਿਸਟਮ ਨੇ, ਜਿਵੇਂ ਐਂਡਰੋਇਡ, iOS, ਸਿੰਬੀਅਨ, ਬਾਬਾ, ਵਿੰਡੋ ਆਪਰੇਟਿੰਗ ਸਿਸਟਮ। ਤੇ ਇਹ ਲਿਨਿਕਸ ਦੇ ਹੀ ਪੋਪੂਲਰ ਵਰਜ਼ਨ ਨੇ, ਜਿਵੇਂ ਰੈਡ ਹੈਟ, ਫਿਡੋਰਾ, ਸੈਂਟੋਸ, ਓਪਨਸੂਸ, ਡੇਬੀਅਨ, ਉਬੰਟੂ, K12 ਤੇ ਕੈਲੀ ਲਿਨਿਕਸ। ਠੀਕ ਹੈ, ਤਾਂ ਹੁਣ ਆਪਾਂ ਦੇਖਦੇ ਹਾਂ ਵੀ ਓਪਨ ਸੋਰਸ ਕੀ ਹੁੰਦਾ ਹੈ। ਤਾਂ ਇਹ ਆਪਣੇ ਕੋਲੇ ਹਾਈ ਲੈਵਲ ਦੇ ਵਿੱਚ ਲਿਖਿਆ ਗਿਆ ਕੋਡ ਹੈ, ਹਾਈ ਲੈਵਲ ਲੈਂਗੁਏਜ ਦੇ ਵਿੱਚ। ਇਹ ਹੈਗਾ ਜੀ ਲੋ ਲੈਵਲ ਲੈਂਗੁਏਜ ਦੇ ਵਿੱਚ। ਇਹ ਚੌਥੇ ਚੈਪਟਰ ਦੇ ਵਿੱਚ ਆਪਰੇਟਿੰਗ ਸਿਸਟਮ ਦੇ ਵਿੱਚ ਮੈਂ ਚੰਗੀ ਤਰ੍ਹਾਂ ਕਰਾਇਆ ਹੋਇਆ, ਉੱਥੇ ਤੁਸੀਂ ਡਿਟੇਲ ਦੇਖ ਸਕਦੇ ਹੋ। ਤਾਂ ਇਹ ਪ੍ਰੋਗਰਾਮ ਹਾਈ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ, ਕੰਪਿਊਟਰ ਨੂੰ ਸਮਝ ਆਉਂਦਾ ਲੋ ਲੈਵਲ ਲੈਂਗੁਏਜ ਦੇ ਵਿੱਚ। ਤਾਂ ਟਰਾਂਸਲੇਟਰ 3 ਤਰ੍ਹਾਂ ਦੇ ਹੁੰਦੇ ਨੇ, ਕੰਪਾਈਲਰ, ਇੰਟਰਪ੍ਰੇਟਰ ਤੇ ਅਸੈਂਬਲਰ। ਇਹ ਕੀ ਕਰਨਗੇ? ਹਾਈ ਲੈਵਲ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰ ਦੇਣਗੇ। ਹੁਣ ਕੋਈ ਵੀ ਕੰਪਨੀ ਹੈ, ਜਾਂ ਆਪਾਂ ਪਹਿਲਾਂ ਇਹ ਸਮਝ ਲਈਏ ਕਿ ਇਹ ਸੌਫਟਵੇਅਰ ਨੂੰ ਆਪਾਂ ਸੋਰਸ ਕੋਡ ਬੋਲ ਦਿੰਦੇ ਆ, ਤੇ ਇਹ ਜਦੋਂ ਇਹਨੂੰ ਕਨਵਰਟ ਕਰ ਦਿੰਦੇ ਆ ਮਸ਼ੀਨ ਐਗਜ਼ੀਕਿਊਟੇਬਲ ਫਾਰਮ 'ਚ, ਤਾਂ ਉਹਨੂੰ ਆਬਜੈਕਟ ਕੋਡ ਬੋਲ ਦਿੰਦੇ ਆ। ਕੰਪਿਊਟਰ ਨੂੰ 0-1 ਸਮਝ ਆਉਂਦੀ ਹੈ, ਹਿਊਮਨ ਨੂੰ ਹਾਈ ਲੈਵਲ ਸਮਝ ਆਉਂਦੀ ਹੈ, ਹਨਾ। ਤਾਂ ਕੋਈ ਵੀ ਕੰਪਨੀ ਜਿਹੜੀ ਸੌਫਟਵੇਅਰ ਬਣਾਉਂਦੀ ਹੈ, ਉਹ ਇਹ ਵਾਲਾ ਕੋਡ ਨਹੀਂ ਸਾਨੂੰ ਦਿੰਦੇ, ਕਿਉਂਕਿ ਜੇ ਉਹ ਇਹ ਸਾਨੂੰ ਕੋਡ ਦੇ ਦੇਣਗੇ ਤਾਂ ਸੌਫਟਵੇਅਰ ਤਾਂ ਕਿਸੇ ਨੇ ਖਰੀਦਣਾ ਨਹੀਂ, ਉਦੋਂ ਤੋਂ ਦੇਖ ਕੇ ਹਰ ਬੰਦਾ ਬਣਾ ਲੂਗਾ, ਹਨਾ। ਤਾਂ ਉਹ ਇਹ ਵਾਲਾ ਲੋ ਲੈਵਲ ਵਾਲਾ ਕੋਡ ਦੇ ਦਿੰਦੇ ਨੇ। ਤੇ ਜੇ ਕਿਸੇ ਸੌਫਟਵੇਅਰ ਦਾ ਆਹ ਵਾਲਾ ਕੋਡ ਅਵੇਲੇਬਲ ਹੋਵੇ ਤਾਂ ਉਹਨੂੰ ਅਸੀਂ ਬੋਲ ਦਿੰਦੇ ਹਾਂ ਓਪਨ ਸੋਰਸ ਸੌਫਟਵੇਅਰ। ਠੀਕ ਹੈ, ਤਾਂ ਉਹੀ ਲਿਖਿਆ ਹੋਇਆ ਇਹ, ਜਿਹੜੇ ਸੌਫਟਵੇਅਰ ਦਾ ਕੋਡ ਫ੍ਰੀ ਦੇ ਵਿੱਚ ਅਵੇਲੇਬਲ ਹੋਵੇ, ਤੁਸੀਂ ਚੇਂਜ ਕਰ ਸਕਦੇ ਹੋ, ਲਾਇਸੈਂਸ ਤੁਹਾਨੂੰ ਮਿਲ ਜੇ ਫ੍ਰੀ ਦੇ ਵਿੱਚ, ਉਹਨੂੰ ਆਪਾਂ ਬੋਲ ਦਿੰਦੇ ਹਾਂ ਓਪਨ ਸੋਰਸ। ਤੇ ਇਹ ਜਿਹੜਾ ਓਪਨ ਸੋਰਸ ਸੌਫਟਵੇਅਰ ਹੈ, ਇਹ GPL ਅੰਡਰ ਰਿਲੀਜ਼ ਹੁੰਦਾ, ਜਰਨਲ ਪਬਲਿਕ ਲਾਇਸੈਂਸ। ਹਾਂ, ਜਰਨਲ ਪਬਲਿਕ ਲਾਇਸੈਂਸ ਹੈ ਨਾ। ਹੁਣ ਇਹ ਵਾਲੇ ਸੌਫਟਵੇਅਰ ਨੇ ਜਿਹੜੇ ਓਪਨ ਸੋਰਸ ਨੇ, ਜਿਵੇਂ ਅਪਾਚੇ, HTTP ਵੈਬ ਸਰਵਰ, ਇਹ ਜੋ 1-2 ਯਾਦ ਕਰ ਲਿਓ, ਜਿਵੇਂ ਗਿੰਪ, ਸਟਾਰ ਆਫਿਸ, ਓਪਨ ਆਫਿਸ, PHP, ਓਪਨ ਆਫਿਸ, ਓਪਨ ਐਂਟੀਵਾਇਰਸ, ਸੌਰੀ ਇੱਧਰ ਓਪਨ ਆਫਿਸ ਹੈ, ਤੇ ਲਿਬਰੇ ਆਫਿਸ। ਠੀਕ ਹੈ, ਇੱਕ HTTP ਸਰਵਰ, ਵੈਬ ਸਰਵਰ, ਇਹ ਕੀ ਨੇ? ਓਪਨ ਸੋਰਸ ਸੌਫਟਵੇਅਰ ਨੇ। ਤੇ ਕੁਝ ਓਪਨ ਸੋਰਸ ਆਪਰੇਟਿੰਗ ਸਿਸਟਮ ਨੇ, ਜਿਵੇਂ ਆਪਾਂ ਨੂੰ ਕੁਐਸਚਨ ਆਇਆ ਹੋਇਆ, ਲਾਈਨਿਕਸ, ਓਪਨ ਸੋਲਰੀਜ਼, ਹਨਾ, ਉਬੰਟੂ, K12, ਡੇਬੀਅਨ, ਫਿਡੋਰਾ, ਫਰੀਡੋਸ, ਐਂਡਰੋਇਡ, ਇਹ ਸਾਰੇ ਕੀ ਨੇ? ਓਪਨ ਸੋਰਸ ਆਪਰੇਟਿੰਗ ਸਿਸਟਮ ਨੇ, ਮੋਬਾਈਲ ਦਾ ਆਪਰੇਟਿੰਗ ਸਿਸਟਮ ਹੈ। ਕੁਝ ਓਪਨ ਸੋਰਸ ਬਰਾਊਜ਼ਰ ਵੀ ਨੇ ਆਪਣੇ ਕੋਲੇ, ਜਿਵੇਂ ਮੋਜ਼ਿਲਾ, ਗੂਗਲ ਕਰੋਮ, ਮੋਜ਼ਿਲਾ ਫਾਇਰਫੌਕਸ, ਓਪੇਰਾ, ਕ੍ਰੋਮੀਅਮ, ਮਿਡੋਰੀ, ਡੋਲਫਿਨ, ਸਵਿਫਟ ਫੌਕਸ, ਕੋਪਜਿਲਾ ਤੇ ਵੈਬ। ਇੰਟਰਨੈਟ ਐਕਸਪਲੋਰਰ ਤੇ ਮਾਈਕਰੋਸੌਫਟ ਐਜ, ਉਹ ਓਪਨ ਸੋਰਸ ਨਹੀਂ ਹੈਗੇ, ਉਹ ਕਲੋਜ਼ ਸੋਰਸ ਨੇ। ਠੀਕ ਹੈ, ਕੁਝ ਜਿਹੜੇ ਦੂਸਰੇ ਸੌਫਟਵੇਅਰ ਹੁੰਦੇ ਨੇ ਜਿਨ੍ਹਾਂ ਦਾ ਸੋਰਸ ਕੋਡ ਨਹੀਂ ਮਿਲਦਾ, ਉਹਨਾਂ ਨੂੰ ਆਪਾਂ ਬੋਲ ਦਿੰਦੇ ਹਾਂ ਕਲੋਜ਼ ਸੋਰਸ। ਆ ਸਾਰਾ ਕੁਝ ਲਿਖਿਆ ਹੋਇਆ, ਤੁਸੀਂ ਪੜ੍ਹ ਸਕਦੇ ਹੋ ਕਿਹੜੇ ਸੌਫਟਵੇਅਰ ਕਲੋਜ਼ ਸੋਰਸ ਨੇ, ਵੀ ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ, ਇੱਥੇ ਜੇ ਇੱਕ ਗੱਲ ਦੱਸਣੀ ਸੀ ਤੁਹਾਨੂੰ, ਜਿਹੜਾ ਓਪਨ ਸੋਲਰੀਜ਼ ਹੈ, ਇਹ ਤਾਂ ਓਪਨ ਸੋਰਸ ਹੈ। ਇੱਥੇ ਆਪਸ਼ਨ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ? ਸਨ ਸੋਲਰੀਜ਼। ਤਾਂ ਧਿਆਨ ਰੱਖਣਾ ਹੈ, ਸਨ ਸੋਲਰੀਜ਼ ਓਪਨ ਸੋਰਸ ਨਹੀਂ ਹੈ, ਓਪਨ ਸੋਲਰੀਜ਼ ਹੈਗਾ ਜਿਹੜਾ ਓਪਨ ਸੋਰਸ ਹੈ। ਤਾਂ ਇਹਦਾ ਆਨਸਰ ਕਿਹੜਾ ਹੋ ਗਿਆ? D ਆਨਸਰ ਹੋ ਗਿਆ। ਠੀਕ ਆ, ਅਗਲਾ, ਮੋਸਟ ਇੰਪੋਰਟੈਂਟ ਡਿਫਰੈਂਸ ਇਨ ਪਰਫਾਰਮੈਂਸ ਬਿਟਵੀਨ ਮੇਨ ਮੈਮਰੀ ਐਂਡ ਸੈਕੰਡਰੀ ਮੈਮਰੀ। ਕਹਿੰਦਾ ਮੇਨ ਮੈਮਰੀ ਤੇ ਸੈਕੰਡਰੀ ਮੈਮਰੀ ਦੇ ਵਿੱਚ ਮੋਸਟ ਇੰਪੋਰਟੈਂਟ ਡਿਫਰੈਂਸ ਪਰਫਾਰਮੈਂਸ ਦਾ ਕਿਹੜਾ? ਤਾਂ ਹੁਣ ਮੈਮਰੀ ਤੇ ਕੁਐਸਚਨ ਆ ਗਿਆ, ਹਾਇਰਾਰਕੀ ਤੇ ਕੁਐਸਚਨ ਹੈ। ਤਾਂ ਮੈਮਰੀ ਵਾਲੇ ਚੈਪਟਰ ਦੇ ਵਿੱਚ, 5ਵੇਂ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਕਰਾਈ ਹੋਈ ਹੈ ਹਾਇਰਾਰਕੀ। ਤਾਂ ਹਾਇਰਾਰਕੀ ਜੋ ਕੁਐਸਚਨ ਪੁੱਛਿਆ ਜਾਣਾ, ਤਾਂ ਉਹ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ ਜਾ ਕੇ। ਤਾਂ ਹੀ ਮੈਂ ਵਾਰੀ ਬੋਲਦਾ ਵੀ ਤੁਸੀਂ ਗ੍ਰੈਂਡ ਸੀਰੀਜ਼ ਆ, ਉਹਨੂੰ ਤੁਸੀਂ ਛੱਡ ਹੀ ਨਹੀਂ ਸਕਦੇ, ਇੰਨੀ ਇੰਪੋਰਟੈਂਟ ਆ, ਤੁਹਾਡੇ ਲਈ ਬਣਾਈ ਆ। ਤੁਸੀਂ ਵੀਡੀਓ ਦੇਖੋਗੇ ਨਹੀਂ, ਫਿਰ ਤੁਹਾਡੇ ਨੰਬਰ ਕਿਵੇਂ ਆਉਣਗੇ? ਸਾਨੂੰ ਤਾਂ ਇਹ ਹੈ ਨਾ ਵੀ ਪੇਡ ਕੋਰਸ ਮਿਲੇ, ਜਿੰਨਾ ਚਿਰ ਪੈਸੇ ਪੇ ਨਹੀਂ ਕਰਦੇ ਉਹਨਾਂ ਚਿਰ ਨਜ਼ਾਰਾ ਹੀ ਨਹੀਂ ਆਉਂਦਾ, ਹੈ ਨਾ। ਸੋ ਫਿਰ ਮੈਂ ਪੇਡ ਕਰ ਦਿੰਦਾ ਸਾਰੀਆਂ ਚੀਜ਼ਾਂ, ਫਿਰ ਤੁਹਾਨੂੰ ਲੱਗਣਾ ਤੁਸੀਂ ਪੇਡ ਕਰਤਾ। ਸੋ ਤੁਸੀਂ ਫ੍ਰੀ 'ਚ ਦਿੱਤਾ ਹੋਇਆ, ਦੇਖੋ ਉਹਨਾਂ ਚੀਜ਼ਾਂ ਨੂੰ ਜਾ ਕੇ। ਠੀਕ ਆ, ਤਾਂ ਕੀ ਡਿਫਰੈਂਸ ਹੈ? ਪਾਵਰ ਕੰਜੰਪਸ਼ਨ ਦਾ, ਇਹ ਵੀ ਕੋਈ ਖਾਸ ਡਿਫਰੈਂਸ ਨਹੀਂ ਹੈ। ਮੋਸਟ ਸੈਕੰਡਰੀ ਸਟੋਰੇਜ ਡਿਵਾਈਸ ਆਰ ਟੂ ਬਿਗ ਟੂ ਫਿਟ ਇਨਟੂ ਦਾ CPU। ਕਹਿੰਦਾ ਕੀ ਸੈਕੰਡਰੀ ਸਟੋਰੇਜ ਜ਼ਿਆਦਾ ਵੱਡੇ ਨੇ? ਇਹ ਵੀ ਹੈਗਾ, ਬਟ ਮੋਸਟ ਇੰਪੋਰਟੈਂਟ ਦੱਸਣਾ ਹੈ। ਸੈਕੰਡਰੀ ਸਟੋਰੇਜ ਇਜ਼ ਮੋਸਟਲੀ ਬਾਈ ਸਟੇਟ, ਬਟ ਮੇਨ ਮੈਮਰੀ ਆਉਣਾ ਸੀ, ਮੇਨ ਮੈਮਰੀ ਇਜ਼ ਮੋਸਟਲੀ ਟਰਾਈ ਸਟੇਟ। ਆ ਹੈ ਟਾਈਪਿੰਗ ਮਿਸਟੇਕ ਆ।
ਸਪੀਡ ਆਫ ਐਕਸੈਸ ਸੈਕੰਡਰੀ ਸਟੋਰੇਜ ਇਜ਼ ਮੱਚ ਸਲੋਅਰ, ਤਾਂ ਡੀ ਆਨਸਰ ਹੈ। ਸੈਕੰਡਰੀ ਸਟੋਰੇਜ ਜਿਹੜੀ ਸਲੋਅਰ ਆ, ਦੇਖੋ ਹਾਇਰਾਰਕੀ ਹੈ ਮੈਂ ਚੰਗੀ ਤਰ੍ਹਾਂ ਕਰਾਈ ਹੋਈ ਆ, ਉੱਪਰ ਨੂੰ ਸਪੀਡ ਵੱਧਦੀ ਹੈ, ਥੱਲੇ ਨੂੰ ਸਪੀਡ ਘਟਦੀ ਹੈ। ਇਸ ਨੂੰ ਰੈਮ ਨੂੰ ਤੇ ਰੋਮ ਨੂੰ, ਇਹਨਾਂ ਨੂੰ ਕੀ ਬੋਲਦੇ ਆ ਆਪਾਂ, ਪ੍ਰਾਇਮਰੀ ਮੈਮਰੀ ਉੱਪਰ ਵਾਲੀਆਂ ਨੂੰ, ਹਨਾ। ਤੇ ਲਾਸਟ ਵਾਲੀਆਂ ਜਿਹੜੀਆਂ ਆਹ ਵਾਲੀਆਂ ਸਾਰੀਆਂ ਨੇ ਇਹ ਕੀ ਨੇ, ਸੈਕੰਡਰੀ ਮੈਮਰੀ। ਤਾਂ ਉੱਪਰ ਨੂੰ ਜਾਵਾਂਗੇ ਸਪੀਡ ਜ਼ਿਆਦਾ ਹੈ, ਥੱਲੇ ਨੂੰ ਜਾਈ ਜਾਵਾਂਗੇ ਸਪੀਡ ਘਟੀ ਜਾਂਦੀ ਹੈ, ਤਾਂ ਇਹਦੀ ਸਪੀਡ ਘੱਟ ਹੈ ਫਿਰ ਸੈਕੰਡਰੀ ਸਟੋਰੇਜ ਦੀ, ਠੀਕ ਹੈ। ਸੋ ਫਿਰ ਇਹਦਾ ਡੀ ਆਨਸਰ ਹੈ ਰਾਈਟ ਆਨਸਰ, ਠੀਕ ਹੈ। ਅਗਲਾ, ਕਮਿਊਨੀਕੇਸ਼ਨ ਬਿਟਵੀਨ ਏ ਕੰਪਿਊਟਰ ਐਂਡ ਏ ਕੀਬੋਰਡ ਇਨਵੋਲਵ ਟਰਾਂਸਮਿਸ਼ਨ। ਕਹਿੰਦਾ ਕੰਪਿਊਟਰ ਦੇ ਵਿੱਚ ਤੇ ਕੀਬੋਰਡ ਦੇ ਵਿੱਚ ਕਿਹੜਾ ਕਮਿਊਨੀਕੇਸ਼ਨ ਹੁੰਦਾ, ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ। ਤਿੰਨ ਤਰ੍ਹਾਂ ਦੇ ਕਮਿਊਨੀਕੇਸ਼ਨ ਹੁੰਦੇ ਨੇ। ਇੱਕ ਹੁੰਦਾ ਸਿੰਪਲੈਕਸ, ਜਿਹੜਾ ਵਨ ਵੇ ਕਮਿਊਨੀਕੇਸ਼ਨ ਹੁੰਦਾ, ਸੈਂਡਰ ਸਿਰਫ ਸੈਂਡ ਕਰ ਸਕਦਾ ਤੇ ਰਿਸੀਵਰ ਰਿਸੀਵ ਕਰ ਸਕਦਾ। ਰਿਸੀਵਰ ਹੈ ਜਿਹੜਾ ਇਹਨੂੰ ਵਾਪਸ ਕੁਝ ਨਹੀਂ ਭੇਜ ਸਕਦਾ, ਉਸ ਵਾਲੇ ਕਮਿਊਨੀਕੇਸ਼ਨ ਨੂੰ ਆਪਾਂ ਕੀ ਬੋਲ ਦਿੰਦੇ ਆ, ਸਿੰਪਲੈਕਸ। ਇਹਦੇ ਵਿੱਚ ਜਿਵੇਂ ਟੀਵੀ, ਰੇਡੀਓ ਤੇ ਕੀਬੋਰਡ ਤੇ ਮਾਊਸ, ਕੀਬੋਰਡ ਤੇ ਮਾਊਸ, ਇਹ ਸਾਰਾ ਕਮਿਊਨੀਕੇਸ਼ਨ ਵਨ ਵੇ ਹੁੰਦਾ, ਇਹਨੂੰ ਸਿੰਪਲੈਕਸ ਬੋਲਦੇ ਆ ਆਪਾਂ, ਠੀਕ ਹੈ। ਉਹ ਵਾਲਾ ਕਮਿਊਨੀਕੇਸ਼ਨ ਜਿਹਦੇ ਵਿੱਚ ਦੋਨੋਂ ਸਾਈਡ ਤੇ ਕਮਿਊਨੀਕੇਟ ਕਰ ਸਕਦੇ ਆ, ਬਟ ਐਟ ਏ ਟਾਈਮ ਤੇ ਇੱਕੋ ਹੀ ਬੰਦਾ ਕਮਿਊਨੀਕੇਟ ਕਰ ਸਕਦਾ, ਕਿਉਂਕਿ ਰਸਤਾ ਹੀ ਇੱਕ ਆ, ਠੀਕ ਹੈ। ਤਾਂ ਉਹਨੂੰ ਹਾਫ ਡੁਪਲੈਕਸ ਬੋਲਦੇ ਆ। ਜਿਵੇਂ ਸਿਟੀਜ਼ਨ ਬੈਂਡ ਰੇਡੀਓ ਤੇ ਵਾਕੀ ਟਾਕੀ, ਇਹ ਦੋ ਡਿਵਾਈਸ ਨੇ ਜਿਹੜੇ, ਜਾਂ ਦੋ ਐਪਲੀਕੇਸ਼ਨਾਂ ਕਾਹਦੇ ਚ ਨੇ, ਹਾਫ ਡੁਪਲੈਕਸ ਦੇ ਵਿੱਚ। ਤੇ ਤੀਸਰਾ ਹੁੰਦਾ ਫੁੱਲ ਡੁਪਲੈਕਸ, ਜਿਹਦੇ ਵਿੱਚ ਸੇਮ ਟਾਈਮ ਤੇ ਆਪਾਂ ਗੱਲ ਕਰ ਸਕਦੇ ਹਾਂ, ਭੇਜ ਵੀ ਸਕਦੇ ਹਾਂ, ਰਿਸੀਵ ਵੀ ਕਰ ਸਕਦੇ ਹਾਂ। ਜਿਵੇਂ ਫੋਨ ਤੇ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਬੋਲ ਰਹੇ ਹਾਂ ਨਾਲ ਦੀ ਨਾਲ ਦੂਜਾ ਬੰਦਾ ਵੀ ਬੋਲ ਸਕਦਾ ਹੈ, ਤਾਂ ਫਿਰ ਇਹ ਕਮਿਊਨੀਕੇਸ਼ਨ ਨੂੰ ਆਪਾਂ ਕੀ ਬੋਲਾਂਗੇ, ਫੁੱਲ ਡੁਪਲੈਕਸ, ਜਾਂ ਇਹਨੂੰ ਕੱਲਾ ਡੁਪਲੈਕਸ ਵੀ ਬੋਲਿਆ ਜਾਂਦਾ, ਠੀਕ ਆ। ਜਿਵੇਂ ਮੋਬਾਈਲ ਫੋਨ, ਸੈੱਲ ਫੋਨ, ਹਨਾ, ਇਹ ਇਹਦੀ ਐਗਜ਼ਾਮਪਲ ਹੈ। ਤਾਂ ਹੁਣ ਇੱਥੇ ਪੁੱਛਦਾ ਕਾਹਦੇ ਵਿੱਚ ਆਪਾਂ ਨੂੰ, ਕੰਪਿਊਟਰ ਐਂਡ ਕੀਬੋਰਡ, ਤਾਂ ਇਹ ਆਪਾਂ ਨੂੰ ਪਤਾ ਸਿੰਪਲੈਕਸ ਹੈ, ਇਹ ਆਨਸਰ ਹੈ, ਹਨਾ। ਸੌਖਾ ਨਾ ਕੰਮ। ਅਗਲਾ ਕੁਐਸਚਨ ਹੈ, ਕਹਿੰਦਾ all of the following are used for communication and collaboration done in real time। ਕਹਿੰਦਾ ਕਮਿਊਨੀਕੇਸ਼ਨ ਤੇ ਕੋਲੈਬੋਰੇਸ਼ਨ ਜਿਹੜਾ ਰੀਅਲ ਟਾਈਮ ਦੇ ਵਿੱਚ ਹੁੰਦਾ, ਰੀਅਲ ਟਾਈਮ ਦਾ ਮਤਲਬ ਸੇਮ ਟਾਈਮ ਤੇ। ਹੁਣ ਕਮਿਊਨੀਕੇਸ਼ਨ ਤਾਂ ਆਪਾਂ ਵੀ ਕਰ ਰਹੇ ਹਾਂ, ਮੈਂ ਤੁਹਾਨੂੰ ਆਪਣੀ ਗੱਲ ਬੋਲ ਕੇ ਦੱਸ ਰਿਹਾ, ਤੇ ਤੁਸੀਂ YouTube ਤੇ ਜਾ ਕੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਊਗੀ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਜੇਕਰ ਤੁਹਾਨੂੰ ਨੋਟਸ ਚਾਹੀਦੇ ਨੇ ਤਾਂ ਉਹਦੇ ਲਈ ਤੁਸੀਂ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਮੈਨੂੰ, ਤੇ ਜੇਕਰ ਤੁਸੀਂ ਆਪਣੇ ਆਡੀਓ ਪਲੇਟਫਾਰਮ ਦੇ ਨਾਲ ਜੁੜਨਾ ਹੈ ਤਾਂ ਤੁਸੀਂ ਜਾ ਕੇ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ। ਕਮਿਊਨੀਕੇਸ਼ਨ ਤਾਂ ਹੋ ਹੀ ਰਿਹਾ ਨਾ, ਪਰ ਰੀਅਲ ਟਾਈਮ ਇਕੱਠਾ ਕਮਿਊਨੀਕੇਸ਼ਨ ਨਹੀਂ ਹੋ ਰਿਹਾ। ਤਾਂ ਕਹਿੰਦਾ ਹੇਠ ਲਿਖਿਆ ਜੋ ਕਿਹੜੇ ਰੀਅਲ ਟਾਈਮ ਕਮਿਊਨੀਕੇਸ਼ਨ ਦੇ ਵਿੱਚ ਯੂਜ਼ ਹੁੰਦੇ ਨੇ, ਇੱਕ ਨੂੰ ਛੱਡ ਕੇ, ਐਕਸੈਪਟ। ਜਿਵੇਂ ਵੈਬੀਨਾਰ ਹੁੰਦੇ ਨੇ, ਵੈਬੀਨਾਰ ਪਤਾ ਆਪਾਂ ਨੂੰ ਸੈਮੀਨਾਰ ਹੀ ਹੁੰਦੇ ਨੇ, ਜਿਹੜੇ ਵੈਬ ਤੇ ਹੁੰਦੇ ਨੇ ਉਹ ਵੈਬੀਨਾਰ ਹੁੰਦੇ ਨੇ। ਜਿਵੇਂ ਨਾਰਮਲ ਸੈਮੀਨਾਰ ਕਲਾਸਾਂ 'ਚ ਹੁੰਦੇ ਨੇ, ਜੇ ਆਪਾਂ ਵੈਬਸਾਈਟ ਤੇ ਕਰ ਦਾਂਗੇ ਤਾਂ ਉਹ ਕੀ ਹੋ ਜਾਂਦੇ ਨੇ, ਵੈਬੀਨਾਰ। ਤਾਂ ਇਹ ਵੀ ਆਨਸਰ ਨਹੀਂ ਹੈ, ਇਹ ਵੀ ਰੀਅਲ ਟਾਈਮ ਕਮਿਊਨੀਕੇਸ਼ਨ ਦਾ ਆਪਣੇ ਕੋਲੇ ਟਾਈਪ ਹੈ ਨਾ। ਇੰਸਟੈਂਟ ਮੈਸੇਜਿੰਗ, ਇੰਸਟੈਂਟ ਮੈਸੇਜਿੰਗ ਫੇਸਬੁੱਕ, ਵਟਸਐਪ, ਮੈਸੇਂਜਰ ਦੇ ਵਿੱਚ ਆਪਾਂ ਭੇਜਦੇ ਹਾਂ, ਇਹ ਵੀ ਆਨਸਰ ਨਹੀਂ ਹੈ। VoIP, ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ, ਜਿਵੇਂ ਆਪਾਂ ਇੰਟਰਨੈਟ ਤੇ, ਵਟਸਐਪ ਤੇ, ਵਾਈਬਰ ਤੇ, ਸਕਾਈਪ ਤੇ ਗੱਲ ਕਰਦੇ ਹਾਂ, ਹਨਾ, ਆਡੀਓ ਵੀਡੀਓ ਦੀ, ਉਹ ਵੀ ਰੀਅਲ ਟਾਈਮ ਕਮਿਊਨੀਕੇਸ਼ਨ ਹੈ। ਤਾਂ ਬਲੌਗਿੰਗ ਹੈ ਜਿਹੜਾ, ਇਹ ਆਨਸਰ ਹੈ ਇਹਦਾ। ਬਲੌਗਿੰਗ ਜਿਹੜਾ ਆਪਣੇ ਕੋਲੇ ਉਹ ਰੀਅਲ ਟਾਈਮ ਕਮਿਊਨੀਕੇਸ਼ਨ ਨਹੀਂ ਹੁੰਦਾ। ਬਲੌਗਿੰਗ ਕਿਹੜੀਆਂ ਨੇ, ਵੈਬਸਾਈਟਾਂ ਨੇ, ਜਿਵੇਂ ਫੇਸਬੁੱਕ ਹੈ, YouTube ਹੈ, ਹਨਾ, ਇਹ ਸਾਰੀਆਂ ਕੀ, ਇੰਸਟਾਗ੍ਰਾਮ ਹੈ, ਇਹ ਸਾਰੀਆਂ ਕੀ ਨੇ, ਬਲੌਗਿੰਗ ਸਾਈਟਾਂ ਨੇ, ਜਿੱਥੇ ਆਪਾਂ ਯੂਜ਼ਰ ਕਮੈਂਟ ਤਾਂ ਕਰ ਸਕਦਾ ਹੈਗਾ, ਤਾਂ ਟੂ ਵੇ ਕਮਿਊਨੀਕੇਸ਼ਨ ਹੈ, ਬਟ ਰੀਅਲ ਟਾਈਮ ਕਮਿਊਨੀਕੇਸ਼ਨ ਨਹੀਂ ਹੈ। ਤਾਂ ਬਲੌਗਿੰਗ ਦੇ ਵਿੱਚ ਹੋਰ ਕੁਐਸਚਨ ਪੁੱਛੇ ਜਾਂਦੇ ਨੇ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਜਿਹੜੀ ਟਰਮ ਹੈ ਪਹਿਲਾਂ ਵੀ ਬਲੌਗ ਕੋਇਨ ਕੀਤੀ ਸੀ ਇਸ ਬੰਦੇ ਨੇ, ਜੌਨ ਬਰਗਰ, 1997 ਦੇ ਵਿੱਚ, ਠੀਕ ਹੈ। ਬਰਗਰ ਜ਼ਿਆਦਾ ਖਾਂਦਾ ਸੀ, ਵੀ ਬਲੌਗ। ਤਾਂ ਫਿਰ ਉਸ ਤੋਂ ਬਾਅਦ ਇਹ ਬੰਦਾ ਸੀਗਾ ਪੀਟਰ ਮੈਹਲੋਜ਼, ਇਸ ਨੇ 1999 ਦੇ ਵਿੱਚ ਵੀ ਅੱਡ ਕਰਤਾ ਤੇ ਬਲੌਗ ਅੱਡ ਕਰਤਾ। ਇਹਨੇ ਬਲੌਗ ਟਰਮ ਅਪੁਆਇੰਟ ਕੀਤੀ ਜਾਂ ਕੋਇਨ ਕੀਤੀ। ਫਿਰ ਪ੍ਰੀਆ ਲੈਬ ਦੇ ਵਿੱਚ ਈਵਾਨ ਵਿਲੀਅਮ ਨਾਮ ਦੇ ਬੰਦੇ ਨੇ ਬਲੌਗ ਨੂੰ ਬੋਥ ਵਰਬ ਐਜ਼ ਏ ਨਾਊਨ ਵਰਤਿਆ ਸੀਗਾ, ਕਿ ਆਪਾਂ ਇੱਕ ਵੈਬਸਾਈਟ ਬਣਾਉਣੇ ਆ ਜਿਹਦੇ ਤੇ ਪੋਸਟ ਪਾ ਸਕਦੇ ਹਾਂ, ਵੈਬਸਾਈਟ ਤੇ ਐਡਿਟ ਕਰ ਸਕਦੇ ਹਾਂ, ਪੋਸਟ ਪਾ ਸਕਦੇ ਹਾਂ। ਤਾਂ ਜੇ ਆਪਾਂ ਨੂੰ ਪੁੱਛ ਲਏ ਕਿ ਬਲੌਗ ਕਿਹਨੇ ਬਣਾਇਆ, ਤਾਂ ਪ੍ਰੀਆ ਲੈਬ ਨੇ, ਇੰਨੀ ਗੱਲ ਯਾਦ ਰੱਖਣੀ ਹੈ। ਵੀ ਬਲੌਗ ਦੀ ਟਰਮ 1997 ਚ ਆਹ ਬੰਦੇ ਨੇ, ਵੈਸੇ ਬਹੁਤ ਡੀਪ ਹੈ ਇਹ, ਪਰ ਜੇ ਮਾੜਾ ਮੋਟਾ ਇੱਕ ਦੋ ਵਾਰੀ ਪੜ੍ਹ ਲਓਗੇ, ਜੇ ਚੀਜ਼ਾਂ ਪੁੱਛ ਲਏ ਤਾਂ ਕਈ ਵਾਰੀ ਇਹ ਨਹੀਂ ਹੁੰਦਾ ਪੇਪਰ ਦੇ ਵਿੱਚ 2-3 ਕੁਐਸਚਨ ਜਿਹੜੇ ਔਖੇ ਆ ਜਾਂਦੇ ਆ। ਮੋਸਟਲੀ ਤੁਹਾਨੂੰ ਇਹ ਬੰਦੇ ਕਹਿੰਦੇ ਹੋਣਗੇ, ਕੰਪਿਊਟਰ ਜਿਹਦੇ ਤੋਂ ਪੜ੍ਹਿਆ ਹੋਣਾ, ਕਿ ਜੀ 10 ਦੇ ਵਿੱਚੋਂ 8 ਨੰਬਰਾਂ ਦੀ ਸਾਡੀ ਗਰੰਟੀ ਆ। ਉਹ ਫਿਰ ਇਹੋ ਜਿਹੀਆਂ ਚੀਜ਼ਾਂ ਛੱਡ ਜਾਂਦੇ ਨੇ ਬੰਦੇ। ਤਾਂ ਜੇ ਇਹ ਪੇਪਰ ਦੇ ਵਿੱਚ ਆ ਜਾਣ ਤਾਂ ਤੁਸੀਂ ਉਹ 1 ਤੋਂ 2 ਕੁਐਸਚਨ ਜਿਹੜੇ ਬਾਹਰ ਜਾਂਦੇ ਹੁੰਦੇ ਨੇ
ਉਹ ਵੀ ਨਹੀਂ ਆਪਾਂ ਜਾਣ ਦਿੰਦੇ। ਤਾਂ ਇਹਨਾਂ ਨੂੰ ਛੱਡਣਾ ਨਹੀਂ। ਬੇਸ਼ੱਕ ਮੈਂ ਇਹ ਬੋਲਤਾ ਵੀ ਇੰਨਾ ਇੰਪੋਰਟੈਂਟ ਨਹੀਂ, ਪਰ ਦੇਖਣ ਦੇ ਵਿੱਚ ਕੀ ਜਾਂਦਾ, ਆਪਣਾ ਨੁਕਸਾਨ ਥੋੜ੍ਹੀ ਹੈ ਯਾਰ, ਫਾਇਦਾ ਹੋ ਜਾਊਗਾ। ਯਾਦ ਰਹਿ ਗਿਆ ਲਾ ਦਿਓ, ਨਾ ਯਾਦ ਰਿਹਾ ਦੇਖੀ ਜਾਊ ਫਿਰ। ਤਾਂ ਇਹ ਜ਼ਰੂਰੀ ਤਾਂ ਨਹੀਂ ਹੈਗਾ ਵੀ ਅਸੀਂ ਰੱਟ ਕੇ ਜਾਣਾ, ਪਰ ਛੱਡੋ ਨਾ, ਐਨਕਾਂ ਨਾ ਜਿਹੜਾ ਉਹ ਵੀ ਬਸ ਇਹ ਤਾਂ ਆਪਾਂ ਪੜ੍ਹਨਾ ਹੀ ਨਹੀਂ ਹੈ ਨਾ। ਤਾਂ ਵੀ ਵਲੌਗ ਇਸ ਬੰਦੇ ਨੇ ਕੁਆਇਨ ਕੀਤੀ ਹੈ ਟਰਮ। ਬਲੌਗ ਸੀ ਜਿਹੜੀ ਉਹ ਪੀਟਰ ਮੈਲੋਜ਼ ਮੈਰਲੋਜ਼, ਹਾਂ, 1999 ਦੇ ਵਿੱਚ। ਫਿਰ ਪ੍ਰਿਆ ਲੈਬ ਨੇ ਬਲੌਗ ਬਣਾਇਆ, ਬਾਅਦ ਦੇ ਵਿੱਚ ਅਕਵਾਇਰ ਕਰ ਲਿਆ ਸੀ ਗੂਗਲ ਨੇ 2003 ਦੇ ਵਿੱਚ। ਇਹ ਵੀ ਗੱਲ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਤੇ ਉਸ ਤੋਂ ਬਾਅਦ ਅੱਜ ਕੱਲ੍ਹ ਤਾਂ ਬਲੌਗਰ, ਜਿਹੜੇ ਬੰਦੇ ਬਲੌਗ ਬਣਾਉਂਦੇ ਨੇ, ਬਲੌਗਰ ਚੱਲ ਹੀ ਪਿਆ ਹੈ ਨਾ। ਤਾਂ ਕੁਝ ਹੋਰ ਟਰਮਾਂ ਨੇ ਜਿਹੜੀਆਂ ਬਲੌਗ ਦੀਆਂ ਸਿੱਧੀਆਂ ਤੇ ਸਿੱਧੀਆਂ ਡੈਫੀਨੇਸ਼ਨਾਂ ਪੁੱਛ ਲੈਂਦਾ। ਬਲੌਗ ਇਹ ਪਰਸਨਲ ਔਰ ਕਾਰਪੋਰੇਟ ਵੈਬਸਾਈਟ ਇਨ ਦੀ ਫਾਰਮ ਆਫ ਆਨਲਾਈਨ ਜਰਨਲ। ਆਨਲਾਈਨ ਜਰਨਲ ਦੀ ਫਾਰਮ ਦੇ ਵਿੱਚ ਪਰਸਨਲ ਹੋ ਸਕਦੀ ਹੈ, ਕੋਈ ਕਾਰਪੋਰੇਟ ਵੈਬਸਾਈਟ ਹੋ ਸਕਦੀ ਹੈ ਨਾ, ਜਿਹੜੀ ਰੈਗੂਲਰਲੀ ਅਪਡੇਟ ਹੁੰਦੀ ਹੈ। ਇਹ ਬਲੌਗ ਇਜ਼ ਅ ਟਾਈਪ ਆਫ ਵੈਬਸਾਈਟ ਵੇਅਰ ਦਾ ਕੰਟੈਂਟ ਇਜ਼ ਪ੍ਰੈਜ਼ੈਂਟਡ ਇਨ ਰਿਵਰਸ ਕ੍ਰੋਨੋਲੋਜੀਕਲ ਆਰਡਰ। ਇਹ ਬਹੁਤ ਇੰਪੋਰਟੈਂਟ ਹੈ, ਐਜ਼ ਇਟ ਇਜ਼ ਡਾਇਰੈਕਟ ਪੁੱਛਦਾ। ਬਲੌਗ ਕੀ ਹੁੰਦਾ, ਕਹਿੰਦਾ ਇੱਕ ਵੈਬਸਾਈਟ ਹੈ ਜਿਹਦੇ ਵਿੱਚ ਕੰਟੈਂਟ ਰਿਵਰਸ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਹੁੰਦਾ। ਹੁਣ ਰਿਵਰਸ ਕ੍ਰੋਨੋਲੋਜੀਕਲ ਆਰਡਰ ਦਾ ਮਤਲਬ ਹੈ ਜਿਹੜਾ ਨਵਾਂ ਕੰਟੈਂਟ ਆ ਉਹ ਉੱਪਰ ਆਈ ਜਾਊਗਾ, ਜਿਹੜਾ ਪੁਰਾਣਾ ਹੈ ਉਹ ਥੱਲੇ ਜਾਈ ਜਾਂਦਾ। ਜਿਵੇਂ ਆਪਾਂ ਵੀਡੀਓ ਅਪਲੋਡ ਕਰਦੇ ਆ ਫਿਰ YouTube ਤੇ, ਨਵੀਆਂ ਉੱਪਰ ਆਈ ਜਾਣਗੀਆਂ, ਪੁਰਾਣੀਆਂ ਥੱਲੇ ਜਾਈ ਜਾਣਗੀਆਂ। ਹੁਣ ਡਿਫਰੈਂਸ ਕੀ ਹੈ ਵੈਬਸਾਈਟ ਤੇ ਬਲੌਗ 'ਚ, ਇਹ ਵੀ ਇੰਪੋਰਟੈਂਟ ਹੈ। ਬਲੌਗ ਹੈ ਜਿਹੜਾ ਇਹ ਰੈਗੂਲਰ ਬੇਸਿਸ ਤੇ ਅਪਡੇਟ ਹੁੰਦਾ, ਤੇ ਵੈਬਸਾਈਟ ਹੈ ਇਹ ਜਿਹੜੀ ਫ੍ਰੀਕੁਐਂਟਲੀ ਅਪਡੇਟ ਨਹੀਂ ਹੁੰਦੀ। ਤੇ ਬਲੌਗ ਡਾਇਨਾਮਿਕ ਹੈ, ਇਹ ਲੈਸ ਡਾਇਨਾਮਿਕ ਹੈ, ਰੇਅਰਲੀ ਅਪਡੇਟ ਹੁੰਦਾ। ਤੇ ਜੇ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ, ਇਨ ਸਿੰਪਲ ਟਰਮਸ ਆਲ ਬਲੌਗ ਕੈਨ ਬੀ ਵੈਬਸਾਈਟ ਔਰ ਪਾਰਟ ਆਫ ਵੈਬਸਾਈਟ। ਬਲੌਗ ਨੇ ਜਿਹੜੇ ਉਹ ਵੈਬਸਾਈਟ ਦਾ ਪਾਰਟ ਤਾਂ ਹੋ ਸਕਦੇ ਨੇ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਇਹ ਬਲੌਗ ਹੈ ਹਨਾ। ਬਲੌਗ ਨੇ ਜਿਹੜੇ ਵੈਬਸਾਈਟ ਦਾ ਪਾਰਟ ਤਾਂ ਹੋ ਸਕਦੇ ਨੇ, ਵੈਬਸਾਈਟ ਦਾ। ਹਾਊਐਵਰ ਨਾਟ ਆਲ ਵੈਬਸਾਈਟ ਕੈਨ ਬੀ ਬਲੌਗਡ। ਜਿਵੇਂ ਹੁਣ ਆਹ ਵੈਬਸਾਈਟ ਹੈ, ਇਹ ਬਲੌਗ ਤਾਂ ਨਹੀਂ, ਬਟ ਬਲੌਗ ਨੇ ਜਿਹੜੇ ਉਹ ਵੈਬਸਾਈਟ ਦਾ ਪਾਰਟ ਹੋ ਸਕਦੇ ਨੇ। ਠੀਕ ਹੈ ਜੀ। ਹਾਂ, ਤਾਂ ਫਿਰ ਇਹਦੇ ਵਿੱਚ ਆਨਸਰ ਸੀਗਾ ਏ, ਬਲੌਗਿੰਗ। ਅਗਲਾ ਕੁਐਸਚਨ ਹੈ, an attempt to slow down or stop a computer system or network by flooding the system with request for information is called। ਦੇਖੋ ਕੁਐਸਚਨ ਨੂੰ ਪਹਿਲਾਂ ਤਾਂ ਸਮਝਣਾ ਆਪਾਂ ਧਿਆਨ ਦੇ ਨਾਲ, ਬੜਾ ਵਧੀਆ ਕੁਐਸਚਨ ਹੈ, ਸਾਰੀਆਂ ਚੀਜ਼ਾਂ ਕਰਾਉਂਗਾ ਤੁਹਾਨੂੰ ਮੈਂ। ਕਹਿੰਦਾ ਇੱਕ ਕੋਸ਼ਿਸ਼, ਅਟੈਂਪਟ ਟੂ ਸਲੋ ਡਾਊਨ, ਕਿਸੇ ਸਪੀਡ ਕੰਪਿਊਟਰ ਦੀ ਸਪੀਡ ਨੂੰ ਸਲੋ ਡਾਊਨ ਕਰਨਾ, ਔਰ ਸਟਾਪ ਏ ਕੰਪਿਊਟਰ ਸਿਸਟਮ ਔਰ ਨੈਟਵਰਕ ਬਾਏ ਫਲੱਡਿੰਗ ਦੀ ਸਿਸਟਮ, ਕਿਸੇ ਨੈਟਵਰਕ ਨੂੰ ਜਾਂ ਕੰਪਿਊਟਰ ਨੂੰ ਸਟਾਪ ਕਰ ਦੇਣਾ, ਫਲੱਡ ਕਰ ਦੇਣਾ। ਫਲੱਡਿੰਗ ਇਹ ਸਿਸਟਮ ਵਿਦ ਰਿਕੁਐਸਟ, ਜ਼ਿਆਦਾ ਰਿਕੁਐਸਟ ਭੇਜ ਦੇਣੀਆਂ। ਹੁਣ ਇੱਕ ਬੈਂਕ ਦੇ ਵਿੱਚ ਬੰਦਾ ਜਿਹੜਾ ਕੰਮ ਕਰ ਰਿਹਾ, ਉਹ 2 ਜਾਂ 3 ਬੰਦਿਆਂ ਨੂੰ ਐਟ ਏ ਟਾਈਮ ਤੇ ਹੈਂਡਲ ਕਰ ਸਕਦਾ। ਜੇ ਉਹਦੇ ਕੋਲੇ 1000 ਬੰਦਾ ਜਾ ਕੇ ਕਹੇ ਮੇਰਾ ਕੰਮ ਕਰ, ਮੇਰਾ ਕੰਮ ਕਰ, ਮੇਰਾ ਕੰਮ ਕਰ, ਤਾਂ ਉਹ ਕੀ ਹੋ ਜਾਊਗਾ, ਸ਼ਟ ਡਾਊਨ ਹੋ ਜਾਊਗਾ ਸਾਰਾ ਸਿਸਟਮ। ਠੀਕ ਆ, ਸਟ੍ਰਾਈਕ ਕਰ ਦੇਣਗੇ ਬੰਦੇ। ਤਾਂ ਉਹਨੂੰ ਕੀ ਬੋਲਦੇ ਆ, ਤਾਂ ਉਹਨੂੰ ਸਿੱਧਾ ਸਿੱਧਾ ਸਾਫ਼ ਸਮਝ ਆਉਂਦਾ ਵੀ ਉਹਦੀਆਂ ਸਰਵਿਸਿਸ ਡਿਨਾਈ ਕਰਤੀਆਂ, ਜਿਹੜੀਆਂ ਉਹ ਲੋਕਾਂ ਨੂੰ ਸਰਵਿਸ ਦੇ ਰਿਹਾ ਸੀ, ਤਾਂ ਉਹਦੇ ਡਿਨਾਈਲ ਆਫ ਸਰਵਿਸ ਅਟੈਕ ਹੋ ਗਿਆ। ਆਨਸਰ ਤਾਂ ਇਹਦਾ ਸੀ ਹੈ। ਬਟ ਮੈਂ ਤੁਹਾਨੂੰ ਇਹ ਵੀ ਦੱਸੂਗਾ ਵੀ ਵਾਇਰਸ ਕੀ ਹੁੰਦਾ, ਵੋਰਮ ਕੀ ਹੁੰਦਾ, ਟਰੋਜਨ ਹਾਰਸ ਕੀ ਹੁੰਦਾ, ਡਿਨਾਈਲ ਆਫ ਸਰਵਿਸਿਸ ਕੀ ਹੁੰਦਾ। ਹੋ ਸਕਦਾ ਪੁੱਛ ਲਏ ਹੈ ਨਾ। ਸਾਰਿਆਂ ਤੋਂ ਪਹਿਲਾਂ ਵੋਰਮ ਤੇ ਵਾਇਰਸ ਕੀ ਹੁੰਦੇ ਨੇ। ਵੋਰਮ ਇਜ਼ ਏ, ਪਹਿਲਾਂ ਵਾਇਰਸ ਤੇ ਵੋਰਮ ਦੀਆਂ 2 ਕਾਮਨ ਪ੍ਰੋਪਰਟੀਜ਼ ਨੇ। ਇੱਕ ਤਾਂ ਹੈਗਾ ਐਗਜ਼ੀਕਿਊਟ ਇਟਸੈਲਫ, replicate itself, replicate itself। ਠੀਕ ਹੈ, ਸਪੀਡ ਤੇਜ਼ ਕਰ ਸਕਦੇ ਹੋ, ਕਿਉਂਕਿ ਮੇਰਾ ਤਾਂ ਜ਼ੋਰ ਬਹੁਤ ਲੱਗਦਾ ਯਾਰ, ਮੈਨੂੰ ਉੱਤੋਂ ਕਰਾਉਣਾ ਨਹੀਂ ਆਉਂਦਾ, ਮੈਨੂੰ ਆਉਂਦਾ ਸਵਾਦ ਡਿਟੇਲ 'ਚ ਕਰਾ ਕੇ। ਤਾਂ ਹੁਣ ਫਿਰ ਗਲਾ ਬੈਠ ਜਾਂਦਾ। ਹੁਣ ਕਿੰਨੇ ਕੁ ਹੋਏ ਆ, ਮਸਾਂ 15-18 ਮਿੰਟ ਹੋਏ ਆ ਵੀ ਗਲਾ ਬੈਠ ਵੀ ਗਿਆ ਹੈ ਨਾ। ਕੁਛ ਥੋੜਾ ਜਿਹਾ ਮੌਸਮ ਐਵੇਂ ਦਾ ਚੱਲੀ ਜਾਂਦਾ, ਸੋ ਤੁਸੀਂ ਸਪੀਡ ਤੇਜ਼ ਕਰ ਲਿਆ ਕਰੋ। ਬੁਰਾ ਨਾ ਮੰਨਿਓ ਵੀ ਬੰਦਾ ਬਾਹਲਾ ਸਲੋ ਕਰਾ ਰਿਹਾ, ਪਰ ਤੁਸੀਂ ਇਹ ਦੇਖਿਆ ਕਰੋ ਬੰਦਾ ਸਾਨੂੰ ਪੜ੍ਹਾ ਰਿਹਾ ਯਾਰ, ਫ੍ਰੀ 'ਚ ਹੀ ਪੜ੍ਹਾ ਰਿਹਾ, ਕੋਈ ਲਾਲਚ ਨਹੀਂ ਪੈਸੇ ਦਾ ਹੈ ਨਾ। ਬਸ ਇਹੀ ਆ ਵੀ ਤੁਸੀਂ ਪੂਰਾ ਦੇਖ ਲਿਆ ਕਰੋ। ਤੁਹਾਡੇ ਲਈ ਕੰਮ ਕਰਾਇਆ, ਸ਼ੇਅਰ ਕਰ ਦਿਆ ਕਰੋ ਜੇ ਕਰ ਸਕਦੇ ਹੋ ਹੈ ਨਾ, ਤਾਂ ਹੋਰ ਕਿਸੇ ਬੰਦੇ ਦਾ ਫਾਇਦਾ ਹੋ ਜੇ। ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਆ ਕਿ ਸਾਨੂੰ ਅੱਧੇ ਬੰਦਿਆਂ ਨੂੰ ਪੇਪਰ ਤੋਂ ਬਾਅਦ ਪਤਾ ਲੱਗਦਾ ਯਾਰ ਹੈ ਨਾ। ਸੋ ਫਿਰ ਮੈਨੂੰ ਵੀ ਬੁਰਾ ਲੱਗਦਾ ਹੈ ਵੀ ਹੁਣ ਮੈਂ ਤਾਂ ਯਾਰ ਪਹੁੰਚਾ ਹੀ ਨਹੀਂ ਸਕਦਾ। ਤੁਸੀਂ ਕਮੈਂਟ ਕਰੋਗੇ, ਤੁਸੀਂ ਸ਼ੇਅਰ ਕਰੋਗੇ ਤਾਂ ਚੀਜ਼ਾਂ ਜ਼ਿਆਦਾ ਤੱਕ ਲੋਕਾਂ ਤੱਕ ਜਾਣਗੀਆਂ, ਜਿਹੜੇ ਬੰਦੇ ਇੰਨੇ ਸਮੇਂ ਤੋਂ ਤਿਆਰੀ ਕਰ ਰਹੇ ਨੇ ਹੈ ਨਾ। ਸੋ ਜੇ ਤੁਹਾਨੂੰ ਕੰਮ ਵਧੀਆ ਲੱਗਦਾ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ। ਤਾਂ ਅੱਗੇ ਹੈਗਾ ਵੀ ਐਗਜ਼ੀਕਿਊਟ ਇਟਸੈਲਫ ਤੇ ਰੈਪਲੀਕੇਟ। ਐਗਜ਼ੀਕਿਊਟ ਮਤਲਬ ਆਪਣੇ ਆਪ ਚੱਲਦੇ ਨੇ ਇਹ, ਰੈਪਲੀਕੇਟ ਦਾ ਮਤਲਬ ਆਪਣੀ ਕਾਪੀ ਕਰ ਦਿੰਦੇ ਨੇ ਹੈ ਨਾ।
ਤਾਂ ਇਹ ਮੇਨ ਜਿਹੜਾ ਵਰਮ ਦਾ ਕੰਮ ਹੁੰਦਾ ਹੈ, ਈਟ ਦੀ ਸਿਸਟਮ ਰਿਸੋਰਸਿਸ ਐਂਡ ਸਲੋ ਡਾਊਨ ਦੀ ਸਪੀਡ। ਸਿਸਟਮ ਦੇ ਰਿਸੋਰਸ ਖਾ ਜਾਂਦਾ ਹੈ ਤੇ ਸਪੀਡ ਨੂੰ ਸਲੋ ਕਰ ਦਿੰਦਾ। ਤੇ ਜਿਹੜਾ ਵਾਇਰਸ ਹੁੰਦਾ ਹੈ ਫਾਈਲਾਂ ਨੂੰ ਡਿਲੀਟ ਕਰ ਦਿੰਦਾ ਹੈ, ਮੋਡੀਫਾਈ ਕਰ ਦਿੰਦਾ ਹੈ, ਕੈਪਚਰ ਕਰਕੇ ਲੈ ਜਾਂਦਾ ਇਨਫੋਰਮੇਸ਼ਨ ਨੂੰ। ਤੇ ਜਿਹੜਾ ਵਰਮ ਹੈ ਡਜ਼ ਨਾਟ ਨੀਡ ਏ ਹੋਸਟ। ਵਰਮ ਨੂੰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਜਾਣ ਲਈ ਕੋਈ ਹੋਸਟ ਫਾਈਲ ਨਹੀਂ ਚਾਹੀਦੀ, ਇਹ ਨੈਟਵਰਕ ਦੇ ਵਿੱਚ ਦੀ ਲੰਘ ਕੇ ਵਗ ਜਾਂਦਾ। ਜਿਹੜਾ ਵਾਇਰਸ ਹੈ ਇਹਨੂੰ ਹੋਸਟ ਫਾਈਲ ਚਾਹੀਦੀ ਹੈ। ਜਿਵੇਂ ਪੈਨ ਡਰਾਈਵ ਆਪਾਂ ਇੱਕ ਕੰਪਿਊਟਰ 'ਚ ਲਾਉਣੇ ਆ, ਇੱਕ ਫਾਈਲ ਦੇ ਨਾਲ ਚਿਪ ਜਾਂਦਾ ਹੈ, ਜਦੋਂ ਹੀ ਉਹ ਦੂਜੇ ਸਿਸਟਮ 'ਚ ਲਾਵਾਂਗੇ ਆਪਾਂ ਜਾ ਕੇ ਤਾਂ ਦੂਜੇ ਸਿਸਟਮ 'ਚ ਵੜ ਜਾਂਦਾ ਹੈ। ਬਟ ਵਰਮ ਨੂੰ ਕੋਈ ਹੋਸਟ ਫਾਈਲ ਨਹੀਂ ਚਾਹੀਦੀ। ਜਿਹੜਾ ਵਰਮ ਹੈ ਇਹ ਲੈਸ ਹਾਰਮਫੁਲ ਹੈ ਐਜ਼ ਕੰਪੇਅਰਡ ਵਾਇਰਸ ਦੇ, ਇਹ ਜਿਹੜਾ ਜ਼ਿਆਦਾ ਹਾਰਮਫੁਲ ਹੈ। ਤਾਂ ਤੁਸੀਂ ਇਹ ਕਹੋ, ਐਂ ਸਮਝ ਲਓ ਵੀ ਵਰਮ ਹੈ ਜਿਵੇਂ ਮੈਂ ਇੱਥੇ ਕੰਮ ਕਰਾ ਰਿਹਾ ਤੁਹਾਨੂੰ, ਕੋਈ ਮੇਰਾ ਮਾਰਕਰ ਖੋ ਕੇ ਲੈ ਜੇ, ਕੋਈ ਲੈਪਟਾਪ ਬੰਦ ਕਰ ਦੇ, ਕੋਈ ਲਾਈਟ ਬੰਦ ਕਰ ਦੇ, ਕੋਈ ਇੰਟਰਨੈਟ ਬੰਦ ਕਰ ਦੇ, ਤਾਂ ਉਹ ਬੰਦਾ ਕੀ ਕਰੂਗਾ, ਮੇਰੇ ਰਿਸੋਰਸ ਖਾ ਗਿਆ, ਰਿਸੋਰਸ ਨੂੰ ਈਟ ਕੀਤਾ ਉਹਨੇ। ਜਿਹੜਾ ਵਾਇਰਸ ਹੈ ਉਹ ਕੀ ਕਰੂਗਾ, ਉਹ ਮੇਰੇ ਗੋਲੀ ਮਾਰ ਸਕਦਾ, ਮੇਰੀ ਜੀਭ ਵੱਢ ਸਕਦਾ, ਮੈਂ ਤੋਂ ਬੋਲਿਆ ਨਹੀਂ ਜਾਣਾ ਹੈ ਨਾ, ਮੇਰੇ ਗੋਲੀਆਂ ਮਾਰ ਸਕਦਾ, ਕੁੱਟ ਸਕਦਾ ਮੈਨੂੰ, ਇਹ ਨੁਕਸਾਨ ਪਹੁੰਚਾਊਗਾ ਵਾਇਰਸ। ਕੰਪਿਊਟਰ ਦੇ ਵਿੱਚ ਵੀ ਐਵੇਂ ਹੀ ਕੰਮ ਹੁੰਦਾ। ਇਹ ਤਾਂ ਹੋ ਗਿਆ ਵਾਇਰਸ ਤੇ ਵਰਮ। ਹੈਗੇ ਨੇ ਇਹ ਮਲੀਸ਼ੀਅਸ ਸੌਫਟਵੇਅਰ, ਨੁਕਸਾਨ ਪਹੁੰਚਾਉਂਦੇ ਨੇ ਸਾਡਾ। ਤੇ ਇਹਨਾਂ ਨੂੰ ਕਿਹਦੀ ਹੈਲਪ ਦੇ ਨਾਲ ਕੱਢਿਆ ਜਾ ਸਕਦਾ, ਐਂਟੀਵਾਇਰਸ ਪ੍ਰੋਗਰਾਮ ਦੀ ਹੈਲਪ ਦੇ ਨਾਲ। ਠੀਕ ਆ, ਐਂਟੀਵਾਇਰਸ ਆਪਾਂ ਵਾਇਰਸ ਨੂੰ ਭਜਾਉਣ ਲਈ ਵਰਤਦੇ, ਇਹ ਅਨਵਾਂਟਡ ਪ੍ਰੋਗਰਾਮ ਨੇ ਐਂ ਕਹਿ ਲਓ। ਅੱਗੇ ਹੈਗਾ ਟਰੋਜਨ ਹਾਰਸ। ਟਰੋਜਨ ਹਾਰਸ ਕੀ ਹੁੰਦਾ, ਇਹ ਟਰੋਏ ਸਿਟੀ ਦੀ ਸੱਚੀ ਕਹਾਣੀ ਹੈ। ਟਰੋਏ ਸਿਟੀ ਦੇ ਵਿੱਚ ਗ੍ਰੀਕਸ ਨੇ ਹਮਲਾ ਕੀਤਾ ਸੀ, ਉਹਨਾਂ ਨੇ ਬਾਹਰ ਕਿਲਾ ਘੇਰ ਕੇ ਰੱਖਿਆ ਤੇ ਬਾਹਰੋਂ ਗ੍ਰੀਕਸ ਨੇ ਫਿਰ ਇੱਕ ਲੱਕੜ ਦਾ ਵੱਡਾ ਘੋੜਾ ਬਣਾ ਕੇ ਭੇਜਿਆ ਵੀ ਆਪਾਂ ਜੰਗ ਨਹੀਂ ਲੜਦੇ, ਹੁਣ ਆਪਾਂ ਸਮਝੌਤਾ ਕਰਦੇ ਹਾਂ। ਤਾਂ ਉਹਨੂੰ ਓਕੇ ਜੀ ਠੀਕ ਹੈ, ਇੰਨਾ ਵੱਡਾ ਘੋੜਾ ਬਣਾ ਕੇ ਭੇਜਤਾ। ਇਹਦੇ ਵਿੱਚ ਸੈਨਿਕ ਸੀਗੇ, ਰਾਤ ਨੂੰ ਤਾਂ ਸੌਂ ਸੂਗੇ ਵੀ ਚੱਲ ਹੁਣ ਜੰਗ ਆਪਣੀ ਖਤਮ ਹੋ ਗਈ। ਘੋੜੇ ਦੇ ਵਿੱਚੋਂ ਗੇਟ ਜਾ ਖੋਲ ਕੇ ਸੈਨਿਕ ਉਤਰੇ, ਉਹਨਾਂ ਨੇ ਗੇਟ ਦਰਵਾਜ਼ਾ ਖੋਲਤਾ। 2-4 ਰਸਤੇ 'ਚ ਸੈਨਿਕ ਆਏ ਸੀ, ਉਹਨਾਂ ਦੇ 2-2 ਮਾਰੀਆਂ ਵੱਖਲ 'ਚ ਹਨਾ। ਤਾਂ ਦਰਵਾਜ਼ਾ ਖੋਲਤਾ ਤੇ ਉਹ ਸੈਨਿਕ ਸੀ ਜਿਹੜੇ ਗ੍ਰੀਕਸ ਅੰਦਰ ਚਲੇ ਗਏ, ਤਾਂ ਉਹ ਟਰੋਏ ਸਿਟੀ ਤੇ ਜਿੱਤ ਗਏ ਸੀ ਬੰਦੇ। ਤਾਂ ਹੁਣ ਘੋੜਾ ਦੇਖਣ ਨੂੰ ਇੱਕ ਵਧੀਆ ਸਿੰਬੋਲਿਕਲੀ ਕਹਿ ਲਓ ਵੀ ਰਾਜੀ ਬੰਦੇ ਦਾ ਪ੍ਰਤੀਕ ਲੱਗਦਾ ਸੀ, ਬਟ ਉਹਨੇ ਨੁਕਸਾਨ ਪਹੁੰਚਾਤਾ। ਇਸੇ ਆਈਡੀਆ ਨੂੰ ਵਰਤ ਕੇ ਕੰਪਿਊਟਰ ਦੇ ਵਿੱਚ ਇੱਕ ਮਲੀਸ਼ੀਅਸ ਪ੍ਰੋਗਰਾਮ ਜਾਂ ਅਨਵਾਂਟਡ ਪ੍ਰੋਗਰਾਮ ਬਣਾਇਆ ਗਿਆ, ਜਿਹੜਾ ਦੇਖਣ ਨੂੰ ਵਧੀਆ ਲੱਗਦਾ ਸੀ ਪਰ ਜਿੱਥੇ ਵੀ ਉਹਨੂੰ ਮੌਕਾ ਲੱਗਦਾ ਸੀ ਉਹ ਕੰਪਿਊਟਰ ਦੇ ਵਿੱਚ ਹਮਲਾ ਕਰ ਦਿੰਦਾ ਸੀ। ਪੰਜਾਬੀ 'ਚ ਹੋ ਗਈ ਗੱਲ, ਇਹ ਅੰਗਰੇਜ਼ੀ 'ਚ ਕੀ ਪੁੱਛੂਗਾ। ਟਰੋਜਨ ਹਾਰਸ ਇਜ਼ ਏ ਅਨਵਾਂਟਡ ਪ੍ਰੋਗਰਾਮ ਜਾਂ ਟਰੋਜਨ ਹਾਰਸ ਇਜ਼ ਏ ਮਲੀਸ਼ੀਅਸ ਪ੍ਰੋਗਰਾਮ ਦੈਟ ਅਪੀਅਰਸ ਟੂ ਬੀ ਏ ਲੈਜੀਟੀਮੇਟ ਪ੍ਰੋਗਰਾਮ। ਜਿਹੜਾ ਦੇਖਣ ਦੇ ਵਿੱਚ ਸਹੀ ਪ੍ਰੋਗਰਾਮ ਲੱਗਦਾ, ਲੈਜੀਟੀਮੇਟ ਪ੍ਰੋਗਰਾਮ ਲੱਗਦਾ, ਬਟ ਪਰਫਾਰਮ ਦੇਅਰ ਐਕਸ਼ਨ ਵੈਨ ਸਰਟਨ ਕੰਡੀਸ਼ਨਸ ਆਰ ਮੈਟ। ਜਦੋਂ ਕੰਡੀਸ਼ਨਾਂ ਪੂਰੀਆਂ ਹੋ ਜਾਂਦੀਆਂ ਨੇ, ਨਾਲ ਦੀ ਨਾਲ ਕੀ ਕਰਦਾ, ਹਮਲਾ ਕਰ ਦਿੰਦਾ। ਇਹਨੂੰ ਟਰੋਜਨ ਹਾਰਸ ਬੋਲਦੇ ਆ। ਤੇ ਅੱਗੇ ਆ ਗਿਆ ਡੌਸ ਅਟੈਕ। ਡੌਸ ਹੁੰਦਾ ਡਿਨਾਈਲ ਆਫ ਸਰਵਿਸਿਸ ਹੈ ਨਾ। ਇਹ ਅਟੈਕ ਕਿਵੇਂ ਹੁੰਦਾ, ਮੰਨ ਲਓ ਜਿਹੜਾ ਅਟੈਕਰ ਆ ਉਹਦੇ ਕੋਲ ਇੱਕ ਕੰਟਰੋਲਰ ਹੁੰਦਾ ਜਿਹੜਾ ਬਹੁਤ ਸਾਰੇ ਕੰਪਿਊਟਰਾਂ ਨੂੰ ਕੰਟਰੋਲ ਕਰਦਾ। ਇਹ ਕੰਪਿਊਟਰਾਂ ਨੂੰ ਅਸੀਂ ਜ਼ੋਂਬੀ ਬੋਲ ਦਿੰਦੇ ਆ ਜਾਂ ਇਹਨਾਂ ਨੂੰ ਬੋਟ ਵੀ ਬੋਲ ਦਿੰਦੇ ਆ। ਜਿਹੜੇ ਹੁਣ ਮੰਨ ਲਓ ਮੇਰਾ ਲੈਪਟਾਪ ਜਾਂ ਤੁਹਾਡਾ ਲੈਪਟਾਪ ਆ, ਸਾਨੂੰ ਥੋੜਾ ਪਤਾ ਵੀ ਅਸੀਂ ਕਿਸੇ ਦੇ ਕੰਟਰੋਲ 'ਚ ਆ ਗਏ, ਅਸੀਂ ਆਪਦੇ ਲੈਪਟਾਪ ਤੇ ਕੰਮ ਕਰੀ ਜਾਵਾਂਗੇ, ਸਪੀਡ ਸਾਡੀ ਸਲੋ ਹੋ ਜੂ, ਬਟ ਸਾਡਾ ਕੰਪਿਊਟਰ ਐਜ਼ ਏ ਜ਼ੋਂਬੀ ਵਰਤਿਆ ਜਾਊਗਾ। ਸਾਡੇ 'ਚ ਹੁਣ ਕੱਢਣ ਪਾਉਣ ਨੂੰ ਤਾਂ ਆਪਣੇ ਕੋਲੇ ਪੈਸੇ ਹੈ ਨਹੀਂ, ਆਪਣੇ ਕੋਲੇ ਖਾਤੇ 'ਚ ਮਸਾਂ 2-4 ਜਾਂ 5000 ਹੁੰਦਾ, ਇੰਨੇ ਕੀ ਹੁੰਦੇ, 10 ਹੋਊਗਾ ਵੱਧ ਤੋਂ ਲੱਖ ਰੁਪਈਆ ਹੋਊਗਾ ਯਾਰ ਹਨਾ। ਹੁਣ ਉਹ ਲੱਖ ਰੁਪਈਏ ਤੇ ਬੰਦਾ ਮੱਥਾ ਮਾਰੂਗਾ ਕਿ ਵਿਕਟਮ ਕੋਲ ਇੱਥੇ 50 ਲੱਖ ਹੈ, ਇੱਥੋਂ ਚੋਰੀ ਕਰੂਗਾ। ਇੱਥੇ ਤਾਂ 50 ਬੰਦਿਆਂ ਨੂੰ ਹੈਕ ਕਰਨਾ ਪਊਗਾ, ਇੱਥੇ ਸਿਰਫ ਇੱਕ ਬੰਦੇ ਨੂੰ ਹੈਕ ਕਰਕੇ 50 ਲੱਖ ਕਮਾ ਸਕਦਾ। ਬਟ ਉਹ ਕੀ ਕਰੂਗਾ, ਇਧਰੋਂ 100-2000 ਬੰਦੇ ਨੂੰ, 100,000-2000 ਬੰਦਿਆਂ ਨੂੰ ਕੰਪਿਊਟਰ ਉਹਨਾਂ ਨੂੰ ਹੈਕ ਕਰ ਲੂਗਾ, ਉਹਨਾਂ ਦੀ ਪਾਵਰ ਵਰਤੂਗਾ, ਉਹਨਾਂ ਦਾ CPU ਵਰਤੂ, ਉਹਨਾਂ ਦੀ ਮੈਮਰੀ ਵਰਤੂ ਹਨਾ, ਉਹਨਾਂ ਨੂੰ ਆਪਦੀ ਸੈਨਾ ਦੇ ਤੌਰ ਤੇ ਵਰਤੂਗਾ। ਤਾਂ ਇਸ ਨੂੰ ਅਸੀਂ ਬੋਲ ਦਿੰਦੇ ਆ ਡੌਸ ਅਟੈਕ। ਤਾਂ ਇਹ ਬਹੁਤ ਸਾਰੇ ਮਿਲ ਕੇ ਇਕੱਠੇ ਉਹ ਸਿਸਟਮ ਤੇ ਰਿਕੁਐਸਟ ਭੇਜ ਦੇਣਗੇ। ਰਿਕੁਐਸਟ ਮੰਨ ਲਓ ਇਹ 5 ਰਿਕੁਐਸਟਾਂ ਐਟ ਏ ਟਾਈਮ ਤੇ ਹੈਂਡਲ ਕਰ ਸਕਦਾ ਹੈ, ਤਾਂ ਇਹਦੇ ਕੋਲੇ 15 ਰਿਕੁਐਸਟਾਂ ਆ ਗਈਆਂ, ਤਾਂ ਇਹਦੀਆਂ ਸਰਵਿਸਿਸ ਕੀ ਹੋ ਜਾਣਗੀਆਂ, ਡਿਨਾਈ ਹੋ ਜਾਣਗੀਆਂ, ਨੈਟਵਰਕ ਡਾਊਨ ਚੱਲ ਜਾਊਗਾ। ਤਾਂ ਇਹਨੂੰ ਕੀ ਬੋਲ ਦਿੰਦੇ ਆਪਾਂ, ਡਿਨਾਈਲ ਆਫ ਸਰਵਿਸਿਸ। ਜੇ ਇਹ ਅਟੈਕ ਇੱਕ ਥਾਂ ਤੋਂ ਹੋ ਰਿਹਾ ਤਾਂ ਡਿਨਾਈਲ ਆਫ ਸਰਵਿਸਿਸ। ਜੇ ਇਹ ਅਟੈਕ ਵੱਖੋ ਵੱਖਰੀਆਂ ਲੋਕੇਸ਼ਨਾਂ ਤੋਂ ਹੋ ਰਿਹਾ, ਕੋਈ ਚਾਈਨਾ ਤੋਂ, US ਤੋਂ, ਇੰਡੀਆ ਤੋਂ, ਵੱਖੋ ਵੱਖਰੀਆਂ ਲੋਕੇਸ਼ਨਾਂ ਤੋਂ ਹੋ ਰਿਹਾ, ਫਿਰ ਉਹਨੂੰ ਬੋਲਿਆ ਜਾਂਦਾ ਹੈ ਡਿਸਟਰੀਬਿਊਟਡ ਡਿਨਾਈਲ ਆਫ ਸਰਵਿਸਿਸ। ਇਹਦੀਆਂ ਐਬਰੀਵੇਸ਼ਨਾਂ ਪੁੱਛੀਆਂ ਜਾ ਸਕਦੀਆਂ ਨੇ, ਡਿਨਾਈਲ ਆਫ ਸਰਵਿਸਿਸ ਜਾਂ ਡਿਸਟਰੀਬਿਊਟਡ ਡਿਨਾਈਲ ਆਫ ਸਰਵਿਸ। ਯਾਦ ਰੱਖਣੀ ਹੈ ਗੱਲ, ਠੀਕ ਆ। ਤਾਂ ਇਹਨੇ ਪੁੱਛਿਆ ਕੀ ਸੀ, ਸਲੋ ਡਾਊਨ ਔਰ ਸਟਾਪ ਦੀ ਕੰਪਿਊਟਰ ਸਿਸਟਮ ਔਰ ਨੈਟਵਰਕ ਬਾਏ ਫਲੱਡਿੰਗ ਦੀ ਸਿਸਟਮ ਵਿਦ ਰਿਕੁਐਸਟ ਫॉर ਇਨਫੋਰਮੇਸ਼ਨ ਇਜ਼ ਕਾਲਡ। ਤਾਂ ਹੁਣ
ਤੁਹਾਨੂੰ ਇਹ ਲੱਗਦਾ ਹੋਊਗਾ ਵੀ ਸਲੋ ਡਾਊਨ ਤਾਂ ਵਾਰਮ ਵੀ ਸਪੀਡ ਕਰਦਾ, ਬਟ ਇਹ ਰਿਕੁਐਸਟ ਨਹੀਂ ਭੇਜਦਾ, ਇਹ ਕੰਪਿਊਟਰ ਦੇ ਵਿੱਚ ਵੜ ਕੇ ਰਿਸੋਰਸ ਨੂੰ ਈਟ ਕਰਨ ਲੱਗ ਜਾਂਦਾ। ਨੋ ਡਾਊਟ ਸਪੀਡ ਨੂੰ ਸਲੋ ਕਰਦਾ, ਬਟ ਡਿਨਾਈਲ ਆਫ ਸਰਵਿਸਿਜ਼ ਕੀ ਕਰਦਾ, ਬਹੁਤ ਸਾਰੀਆਂ ਸਰਵਿਸਿਜ਼ ਵਾਸਤੇ ਲੋੜ ਤੋਂ ਜ਼ਿਆਦਾ ਰਿਕੁਐਸਟ ਭੇਜ ਦਿੰਦਾ। ਤਾਂ ਇਹਦਾ ਕਰੈਕਟ ਆਨਸਰ ਫਿਰ ਸੀ ਹੈ, ਯਾਦ ਰੱਖਣਾ, ਠੀਕ ਆ। ਜੇ ਨਹੀਂ ਸਮਝ ਆਇਆ ਤਾਂ ਥੋੜਾ ਪਿੱਛੇ ਕਰਕੇ ਦੇਖ ਲਓ। ਅਗਲਾ ਕੁਐਸਚਨ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਹਾਰਡਵੇਅਰ। ਹਾਰਡ ਡਿਸਕ ਹਾਰਡਵੇਅਰ ਹੈ, ਰੈਮ ਵੀ ਹਾਰਡਵੇਅਰ ਹੈ, ਪ੍ਰੋਸੈਸਰ ਵੀ ਹਾਰਡਵੇਅਰ ਹੈ, MS ਆਫਿਸ ਹੈ ਜਿਹੜਾ ਇੱਕ ਸੌਫਟਵੇਅਰ ਹੈ। ਤਾਂ ਡੀ ਆਨਸਰ ਹੈ। ਬਹੁਤ ਵਧੀਆ ਕੁਐਸਚਨ ਹੈ ਨਾ। ਅਗਲਾ ਕੁਐਸਚਨ ਹੈ, ਕਹਿੰਦਾ ਵੈਬ ਬਰਾਊਜ਼ਰ ਡੈਸ਼ ਕੀਪਸ ਏ ਲਿਸਟ ਆਫ ਵੈਬ ਪੇਜਸ ਦੈਟ ਯੂਜ਼ਰ ਵਿਜ਼ਿਟਡ ਡਿਊਰਿੰਗ ਸਰਟਨ ਟਾਈਮ ਪੀਰੀਅਡ। ਤਾਂ ਜਦੋਂ ਆਪਾਂ ਕਿਸੇ ਵੀ ਬਰਾਊਜ਼ਰ ਤੇ ਜਾ ਕੇ ਵਿਜ਼ਿਟ ਕਰਦੇ ਹਾਂ ਵੈਬਸਾਈਟਾਂ ਤੇ, ਉਹਦੀ ਇੱਕ ਇਨਫੋਰਮੇਸ਼ਨ ਮੇਨਟੇਨ ਹੋ ਜਾਂਦੀ ਹੈ ਵੀ ਪਿਛਲੇ ਸਮੇਂ 'ਚ ਅਸੀਂ ਕਿੱਥੇ ਕਿੱਥੇ ਗਏ। ਉਹ ਕਿੱਥੇ ਸਟੋਰ ਹੁੰਦੀ ਹੈ ਕਿ ਹਿਸਟਰੀ 'ਚ, ਕੈਸ਼ੇ 'ਚ, ਫੇਵਰਿਟਸ ਤੇ ਬੁੱਕਮਾਰਕ ਦੇ ਵਿੱਚ। ਤਾਂ ਉਹਦਾ ਆਨਸਰ ਤਾਂ ਹੈਗਾ ਏ ਹਿਸਟਰੀ। ਫੇਵਰਿਟ ਦੇ ਵਿੱਚ ਅਸੀਂ ਆਪ ਕਲਿੱਕ ਕਰਦੇ ਹਾਂ ਵੀ ਇਹ ਸਾਡੇ ਫੇਵਰਿਟ ਨੇ, ਬੁੱਕਮਾਰਕ ਅਸੀਂ ਸਾਈਟਾਂ ਨੂੰ ਕਰਦੇ ਹਾਂ ਵੀ ਇਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਦੇਖਣਾ। ਤਾਂ ਆਪਾਂ ਨੂੰ ਪਤਾ ਹੈ ਕਿ ਡਾਊਨਲੋਡਸ ਹੁੰਦਾ ਹੈ, ਬੁੱਕਮਾਰਕ ਵੀ ਹੁੰਦਾ ਹੈ, ਫੇਵਰਿਟ ਵੀ ਹੁੰਦਾ ਹੈ ਨਾ। ਤੇ ਹਿਸਟਰੀ ਟੈਬ ਦੇ ਵਿੱਚ ਪ੍ਰੀਵੀਅਸ ਵਿਜ਼ਿਟਸ ਜਿਹੜੇ ਲਿੰਕ ਨੇ ਉਹ ਪਏ ਹੁੰਦੇ ਨੇ, ਤਾਂ ਹਿਸਟਰੀ ਹੈ, ਠੀਕ ਹੈ। ਤੇ ਆਹ ਦੇਖੋ ਯਾਰ, ਇਹ ਪੁੱਛਿਆ ਗਿਆ ਹੈਗਾ। ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ। ਪ੍ਰਿੰਟ ਕਰਨ ਦੇ ਲਈ ਕੰਟਰੋਲ P ਸ਼ਾਰਟਕਟ, ਫਾਈਂਡ ਦੇ ਲਈ ਕੰਟਰੋਲ F ਚੱਲਦਾ ਹੈ, ਤੇ ਨਿਊ ਟੈਬ ਜੇਕਰ ਅਸੀਂ ਇੱਥੇ ਨਵੀਂ ਟੈਬ ਖੋਲਣੀ ਹੈ ਤਾਂ ਕੰਟਰੋਲ T, ਠੀਕ ਹੈ। ਜੇ ਨਵੀਂ ਵਿੰਡੋ ਖੋਲਣੀ ਹੈ, ਜਿਵੇਂ ਇਹਦੇ ਵਿੱਚ 5 ਟੈਬ ਖੁੱਲੀਆਂ ਹੋਈਆਂ ਨੇ, ਅਸੀਂ 6ਵੀਂ ਟੈਬ ਖੋਲਣੀ ਹੈ ਤਾਂ ਕੰਟਰੋਲ T ਕਰਾਂਗੇ। ਜੇ ਇੱਕ ਨਵੀਂ ਵਿੰਡੋ ਖੋਲਣੀ ਹੈ ਤਾਂ ਕੰਟਰੋਲ N ਕਰਾਂਗੇ। ਇਹ ਵਿੰਡੋ ਸਾਰਿਆਂ ਤੇ ਵਰਤਿਆ ਜਾਂਦਾ ਹੈ। ਇਹ ਬਰਾਊਜ਼ਰ ਦੇ ਵਿੱਚ ਵੀ ਕੰਟਰੋਲ M ਕਰਦਾ, ਵਰਡ ਦੇ ਵਿੱਚ ਵੀ ਕੋਈ ਫੋਲਡਰ ਖੋਲਿਆ ਹੋਇਆ, ਜਿੱਥੇ ਵੀ ਕੰਟਰੋਲ N ਕਰ ਦੋਗੇ ਨਵੀਂ ਵਿੰਡੋ ਖੋਲੋ। ਇਹ ਕਰਕੇ ਦੇਖਿਓ ਚੀਜ਼ਾਂ, ਇਹੀ ਪੁੱਛੂਗਾ, ਇਹੀ ਤੁਸੀਂ ਕੰਮ ਕਰਨਾ। ਜਦੋਂ ਮੰਨ ਲਓ ਤੁਹਾਨੂੰ ਕਲੈਰੀਕਲ ਦੀ ਜੌਬ ਮਿਲ ਗਈ, ਆਹ ਸ਼ਾਰਟਕਟ ਹੀ ਵਰਤਨੇ ਨੇ ਨਾ ਆਪਾਂ, ਉਨਾ ਹੀ ਕੰਮ ਤੁਹਾਡਾ ਸੌਖਾ ਹੋ ਜੂ। ਤਾਂ ਕਰਕੇ ਕੰਪਿਊਟਰ ਨੂੰ ਪਿਆਰ ਨਾਲ ਸਮਝੋ। ਇਹ ਨਾ ਸੋਚੋ ਵੀ ਅਸੀਂ ਨੰਬਰ ਲੈਣੇ, ਇਹ ਸੋਚੋ ਵੀ ਇਹ ਕੰਮ ਸਾਨੂੰ ਰੋਟੀ ਪਾਊਗਾ, ਇੱਜ਼ਤ ਦਿਵਾਊਗਾ। ਤਾਂ ਪਿਆਰ ਨਾਲ ਪੜੋਗੇ ਫਿਰ ਚੀਜ਼ਾਂ ਮੂਹਰੇ ਲੱਗ ਲੈਣਗੀਆਂ ਆਪਣੇ। ਫਿਰ ਆਪਾਂ ਘੜੀਸ ਕੇ ਲੈ ਜਾਵਾਂਗੇ ਸਾਰੇ ਕੁਐਸਚਨ ਨੂੰ ਖਿੱਚ ਕੇ ਵੀ ਇਹਦਾ ਆਹ ਆਨਸਰ ਹੈ, ਠੀਕ ਹੈ। ਸੋ ਇਹੀ ਆਪਾਂ ਕੰਮ ਕਰਨਾ। ਤਾਂ ਜੇ ਨਿਊ ਇਨਕੋਗਨੀਟੋ ਖੋਲਣਾ, ਕੰਟਰੋਲ Shift N, ਇਹਦਾ ਮਤਲਬ ਹੁੰਦਾ ਪ੍ਰਾਈਵੇਟ ਬਰਾਊਜ਼ਿੰਗ ਕਰਨੀ ਹੈ ਵੀ ਤੁਹਾਡੀ ਹਿਸਟਰੀ ਦੇ ਵਿੱਚ ਇਨਫੋਰਮੇਸ਼ਨ ਸਟੋਰ ਨਾ ਹੋਵੇ। ਤਾਂ ਉੱਥੇ ਜਾਇਓ ਕੰਟਰੋਲ Shift N। ਤੇ ਜੇ ਡਾਊਨਲੋਡਸ ਵਾਲਾ ਆਪਸ਼ਨ ਖੋਲਣਾ ਤਾਂ ਕੰਟਰੋਲ J। ਇਹ ਯਾਦ ਰੱਖ ਲਿਓ, ਪੁੱਛ ਲਿਆ ਜਾਂਦਾ, ਠੀਕ ਹੈ, ਬਹੁਤ ਇੰਪੋਰਟੈਂਟ ਆ। ਤਾਂ ਇਹਦਾ ਆਨਸਰ ਇਹ ਹੈ ਹਿਸਟਰੀ। 10ਵਾਂ ਕਹਿੰਦਾ what does lock symbol means in a address bar of a web browser। ਤੁਸੀਂ ਦੇਖਿਆ ਨਾ ਵੀ ਆਹ ਵੈਬ ਬਰਾਊਜ਼ਰ ਦੇ ਵਿੱਚ ਲੌਕ ਬਣਿਆ ਹੁੰਦਾ ਜਾਂ ਗ੍ਰੀਨ ਜਿਹਾ ਬਣਿਆ ਹੁੰਦਾ, ਇਹਦਾ ਕੀ ਮਤਲਬ ਹੁੰਦਾ ਹੈ? ਆਪਾਂ ਨੂੰ ਇਹ ਪਤਾ ਵੀ ਲੌਕ ਦਾ, ਜਿਹਨੂੰ ਪੈਡ ਲੌਕ ਵੀ ਬੋਲਦੇ ਆ, ਸ਼ਾਇਦ ਪੈਡ ਲੌਕ ਹੀ ਬੋਲਦੇ ਆ, ਅਗਲੀ ਸਲਾਈਡ ਤੇ ਦਿਖਾਊਂਗਾ। ਤਾਂ ਇਹ ਸਿਕਿਉਰਿਟੀ ਪ੍ਰੋਵਾਈਡ ਕਰਦਾ। ਇਟ ਸ਼ੋ ਦੈਟ ਕਨਕਰੈਂਟ ਯੂਆਰ ਇਜ਼ ਲੌਕਡ। ਨਾ, ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਇਹ ਲੌਕਡ ਹੈ। ਲੌਕਡ ਦਾ ਮਤਲਬ ਤਾਂ ਇਹਨੂੰ ਕੋਈ ਵੀ ਨਹੀਂ ਖੋਲ ਸਕਦਾ, ਅਸੀਂ ਤਾਂ ਖੋਲ ਰਹੇ ਹਾਂ। ਇਟ ਜਸਟ ਏ ਗ੍ਰਾਫਿਕਲ ਸਿੰਬਲ, ਇਹ ਵੀ ਨਹੀਂ ਹੈ। ਇਟ ਇੰਡੀਕੇਟਸ ਦੀ URL ਇਜ਼ ਫੇਕ ਲਿੰਕ, ਇਹ ਵੀ ਨਹੀਂ ਹੈ। ਇਟ ਇੰਡੀਕੇਟਸ ਦੈਟ ਆਇਡੈਂਟੀਟੀ ਆਫ URL proved by some third party। ਕਹਿੰਦਾ it indicates that identity of URL proved ਦਾ ਮਤਲਬ authentic ਹੈ by third party। third party ਹੈ ਜਿਹੜੀਆਂ ਵੀ ਕੋਈ ਸਾਈਟਾਂ ਨੇ ਸਿਕਿਉਰਿਟੀ ਪ੍ਰੋਵਾਈਡ ਕਰਦੀਆਂ ਨੇ, ਉਹਦੇ ਦੁਆਰਾ ਇਹ proved ਹੈ ਕਿ ਇਹ ਸਿਕਿਉਰ ਹੈ ਲਿੰਕ ਕਮਿਊਨੀਕੇਸ਼ਨ ਦਾ, ਠੀਕ ਹੈ। ਤਾਂ ਆਪਾਂ ਦੇਖ ਲੈਂਦੇ ਹਾਂ ਕੀ ਹੁੰਦਾ ਇਹ। ਇਹਨੂੰ ਵੈਬ ਪੇਜ ਪੈਡਲੌਕ ਬੋਲ ਦਿੰਦੇ ਆ। ਕਹਿੰਦਾ when you go to the site that has a padlock icon next to the site name it means that site is secured with digital certificate। ਤਾਂ ਸਾਈਟ ਸਿਕਿਉਰ ਨਾ ਲਿਖੋ, ਇੱਥੇ ਐਂ ਲਿਖੋ ਕਿ ਲਿੰਕ ਬਾਰੇ ਜ਼ਿਆਦਾ ਗੱਲ ਕਰ ਲੈ, ਟਾਈਪਿੰਗ ਮਿਸਟੇਕ ਹੈ। ਲਿੰਕ ਇਜ਼ ਸਿਕਿਉਰ ਵਿਦ ਡਿਜੀਟਲ ਸਰਟੀਫਿਕੇਟ ਦਾ ਮਤਲਬ ਇਹ ਨਹੀਂ ਹੈਗਾ ਵੀ ਸਾਈਟ ਸਿਕਿਉਰ ਆ। This means that any information sent between your browser and the website is sent securely and can't be interpreted and read by some else while the information is in transit। ਜਦੋਂ ਕਹਿੰਦਾ ਅਸੀਂ ਇਨਫੋਰਮੇਸ਼ਨ ਭੇਜਦੇ ਹਾਂ ਤਾਂ ਮਤਲਬ ਉਹ ਸੇਫ ਹੈ। ਜਿਵੇਂ ਹੁਣ ਆਪਾਂ ਕਹਿ ਲਓ ਵੀ ਇਹ ਹੈਗਾ ਚੰਡੀਗੜ੍ਹ ਤੇ ਇਹ ਹੈਗਾ ਪਟਿਆਲਾ। ਚੰਡੀਗੜ੍ਹ ਤੋਂ ਪਟਿਆਲੇ ਦੇ ਤੱਕ ਕੋਈ ਗੱਡੀ ਜਾਂਦੀ ਹੈ, ਇੱਕ ਬੱਸ, ਉਹ ਬੁਲਟ ਪ੍ਰੂਫ ਹੈ। ਇੱਥੋਂ ਲੈ ਕੇ ਇੱਥੋਂ ਭੇਜਣ ਤੱਕ ਉਹ ਸਿਕਿਉਰਲੀ ਤੁਹਾਨੂੰ ਲੈ ਕੇ ਜਾਊ। ਬਟ ਜਿਹਦੇ ਕੋਲੇ ਜਾ ਰਹੇ ਆ ਇਹਦਾ ਮਤਲਬ ਇਹ ਥੋੜੀ ਆ ਵੀ ਉਹ ਸਿਕਿਉਰ ਆ ਬੰਦਾ। ਹੋ ਸਕਦਾ ਗੈਂਗਸਟਰ ਹੀ, ਕਿਸੇ ਗੈਂਗਸਟਰ ਦੇ ਘਰੇ ਤੁਹਾਨੂੰ ਉਹ ਵੈਨ ਲੈਣ ਆਈ ਹੈ, ਗੈਂਗਸਟਰ ਦੀ ਵੈਨ ਹੈ ਜਿਹੜੀ ਕਿ ਸਿਕਿਉਰਿਟੀ ਪ੍ਰੋਵਾਈਡ ਕਰਕੇ ਲੈ ਗਏ ਬੁਲਟ ਪ੍ਰੂਫ ਗੱਡੀਆਂ ਦੇ ਵਿੱਚ।
ਪਰ ਇਹ ਤਾਂ ਕੋਈ ਗਰੰਟੀ ਨਹੀਂ ਨਾ ਵੀ ਜਿੱਥੇ ਉਹ ਲੈ ਕੇ ਜਾਓ ਉੱਥੇ ਵੀ ਤੁਸੀਂ ਸਿਕਿਉਰ ਹੋ। ਉਹ ਸੇਫਟੀ ਕਰਕੇ ਤੁਹਾਨੂੰ ਲੈ ਗਿਆ, ਅੱਗੇ ਜਾ ਕੇ ਹੋ ਸਕਦਾ ਗਨ ਪੱਟੀ ਤੇ ਗਨ ਲਾ ਕੇ ਕਹੇ ਵੀ ਇੰਨੇ ਪੈਸੇ ਦੇ, ਹੈ ਨਾ, ਉਹੀ ਇਹਦਾ ਮੀਨਿੰਗ ਹੈ। ਕਹਿੰਦਾ ਇਟ ਸਿਗਨੀਫਾਈਜ਼ ਦੈਟ ਕਨੈਕਸ਼ਨ ਆਫ ਏ ਵੈਬਸਾਈਟ ਇਜ਼ ਇਨਕ੍ਰਿਪਟਡ ਯੂਜ਼ਿੰਗ HTTPS ਔਰ SSL ਔਰ TSL। HTTPS ਹੁੰਦਾ ਹਾਈਪਰ ਟੈਕਸਟ ਟਰਾਂਸਪੋਰਟ ਪ੍ਰੋਟੋਕੋਲ ਸਿਕਿਉਰ, ਇਹਦਾ 443 ਪੋਰਟ ਨੰਬਰ ਹੁੰਦਾ ਤੇ HTTP ਹੁੰਦਾ ਉਹਦਾ 80 ਨੰਬਰ ਪੋਰਟ ਹੁੰਦਾ ਤੇ SMTP ਦਾ ਪੋਰਟ ਹੁੰਦਾ ਜਿਹੜਾ 25 ਨੰਬਰ ਹੁੰਦਾ ਤੇ DNS ਦਾ ਪੋਰਟ ਹੁੰਦਾ ਜਿਹੜਾ ਉਹ ਹੁੰਦਾ 53 ਨੰਬਰ ਤੇ POP ਦਾ ਹੁੰਦਾ 110 ਤੇ IMAP ਦਾ ਪੋਰਟ ਨੰਬਰ ਹੁੰਦਾ 143 143। ਇਹ ਪੋਰਟ ਨੰਬਰ ਉਹਨੇ ਇੱਕ ਕਿਸੇ ਪੇਪਰ 'ਚ ਪੁੱਛਿਆ ਗਿਆ, ਯਾਦ ਰੱਖ ਲਓ, ਇੰਨੇ ਬਹੁਤ ਹੈ। HTTP ਦਾ 80, HTTPS ਦਾ 443, SMTP ਦਾ 25, DNS ਦਾ 53, POP ਦਾ 110 ਤੇ IMAP ਦਾ 143। POP ਤੇ IMAP ਪ੍ਰੋਟੋਕਾਲ ਨੇ ਜਿਹੜੀਆਂ ਈਮੇਲ ਨੂੰ ਡਾਊਨਲੋਡ ਕਰਨ ਦੇ ਲਈ ਵਰਤੀਆਂ ਜਾਂਦੀਆਂ ਨੇ। SMTP ਹੈ ਮੇਲ ਨੂੰ ਟ੍ਰਾਂਸਫਰ ਕਰਨ ਦੇ ਲਈ। DNS ਹੁੰਦਾ ਡੋਮੇਨ ਨੇਮ ਸਿਸਟਮ। ਪੋਰਟ ਨੰਬਰ ਕੀ ਹੁੰਦੇ ਨੇ? ਪੋਰਟ ਨੰਬਰ ਯੂਨੀਕਲੀ ਆਇਡੈਂਟੀਫਾਈ ਕਰਦੇ ਨੇ ਡਿਫਰੈਂਟ ਟਾਈਪਸ ਆਫ ਦੀ ਸਰਵਿਸਿਜ਼ ਰਨਿੰਗ ਇਨਸਾਈਡ ਏ ਕੰਪਿਊਟਰ। ਇੱਕ ਕੰਪਿਊਟਰ ਦੇ ਵਿੱਚ ਫੇਸਬੁੱਕ ਵੀ ਚੱਲ ਰਿਹਾ, ਯਾਹੂ ਵੀ ਚੱਲ ਰਿਹਾ, ਇੰਸਟਾਗ੍ਰਾਮ ਵੀ ਚੱਲ ਰਿਹਾ। ਹੁਣ ਮੈਸੇਜ ਕਾਹਦੇ ਤੇ ਜਾਵੇ ਉਹ ਕੌਣ ਦੱਸਦਾ? ਪੋਰਟ ਨੰਬਰ ਹੈ। ਪੋਰਟ ਨੰਬਰ ਇਹ ਦੱਸਦਾ ਆਪਾਂ ਨੂੰ ਇੱਕ ਹੋਸਟਲ ਦੇ ਵਿੱਚ ਕਮਰਾ ਨੰਬਰ ਕੀ ਡਿਫਾਈਨ ਕਰਦਾ ਵੀ ਉਹਦਾ ਪ੍ਰੋਪਰ ਕਮਰਾ ਕਿਹੜਾ ਹੈ। ਸਟੂਡੈਂਟ ਨੂੰ ਦੋ, ਮੰਨ ਲਓ ਕੁਲਦੀਪ ਸਿੰਘ ਨਾਮ ਦੇ 2 ਸਟੂਡੈਂਟ ਨੇ ਇੱਕੋ ਹੀ ਹੋਸਟਲ ਦੇ ਵਿੱਚ, ਉਹ ਆਇਡੈਂਟੀਫਾਈ ਕਿਵੇਂ ਹੋਣਗੇ? ਯੂਨੀਕਲੀ ਕਮਰਾ ਨੰਬਰ ਤੋਂ। ਸੋ ਉਹੀ ਇਹ ਪੋਰਟ ਨੰਬਰ ਯੂਨੀਕਲੀ ਆਇਡੈਂਟੀਫਾਈ ਕਰਦਾ ਹੈ ਟੂ ਦੀ ਡਿਫਰੈਂਟ ਟਾਈਪਸ ਆਫ ਦੀ ਸਰਵਿਸਿਜ਼ ਰਨਿੰਗ ਇਨਸਾਈਡ ਏ ਨੈਟਵਰਕ ਔਰ ਕੰਪਿਊਟਰ। ਕਲੀਅਰ ਹੋਈ ਗੱਲ? ਤਾਂ ਹੁਣ ਇਹ ਦੱਸਤਾ ਵੀ SSL ਹੁੰਦਾ ਸਿਕਿਉਰ ਸੌਕਟ ਲੇਅਰ, TLS ਹੁੰਦਾ ਟਰਾਂਸਪੋਰਟ ਲੇਅਰ ਸਿਕਿਉਰਿਟੀ। ਇਹ ਸਿਕਿਉਰਿਟੀ ਦੀਆਂ ਪ੍ਰੋਟੋਕੋਲਸ ਨੇ। ਕਹਿੰਦਾ ਵਾਈਲ ਇਟ ਡਜ਼ ਨਾਟ ਮੀਨ ਦੈਟ ਸਾਈਟ ਏ ਯੂਜ਼ਰ ਇਜ਼ ਵਿਊਇੰਗ ਇਜ਼ ਸੇਫ ਟੂ ਯੂਜ਼। ਕਹਿੰਦਾ ਜਿਹੜੀ ਅਸੀਂ ਸਾਈਟ ਦੇਖ ਰਹੇ ਹਾਂ ਇਹਦਾ ਮਤਲਬ ਉਹ ਨਹੀਂ ਹੈਗਾ ਵੀ ਉਹ ਸੇਫ ਹੈ, ਬਟ ਕਨੈਕਸ਼ਨ ਸੇਫ ਹੈ ਜਿਹਦੇ ਵਿੱਚੋਂ ਬਾਹਰਲਾ ਬੰਦਾ ਅਟੈਕਰ ਅਟੈਕ ਨਹੀਂ ਕਰ ਸਕਦਾ। ਇਟ ਡਜ਼ ਮੀਨ ਦੈਟ ਦੀ ਕਨੈਕਸ਼ਨ ਆਫ ਦਾ ਸਾਈਟ ਇਜ਼ ਸਿਕਿਉਰ, ਜਿਹੜੀ ਉਹੀ ਮੈਂ ਤੁਹਾਨੂੰ ਗੱਲ ਦੱਸੀ, ਠੀਕ ਹੈ। ਇਟ ਇਜ਼ ਪ੍ਰੋਵਾਈਡਡ ਬਾਈ ਥਰਡ ਪਾਰਟੀ। ਇਹ ਸਿਕਿਉਰਿਟੀ ਕੌਣ ਪ੍ਰੋਵਾਈਡ ਕਰਦਾ? ਥਰਡ ਪਾਰਟੀ। ਉਹ ਕੀ ਕਰਦਾ ਸੀਗਾ, ਜਿਵੇਂ ਆਪਾਂ ਪੜ੍ਹਿਆ ਸੀਗਾ, ਉਹ ਪ੍ਰੂਫ ਕਰਦਾ ਸੀ ਵੀ ਇਹ ਕਨੈਕਸ਼ਨ ਠੀਕ ਆ। ਤਾਂ ਦੇਖੋ ਸਰਟੀਫਿਕੇਟ ਹੁੰਦਾ ਵੈਲਿਡ, ਕੁਕੀਜ਼ ਤੇ ਆ ਕਨੈਕਸ਼ਨ ਇਜ਼ ਸਿਕਿਉਰ, ਇਹਦਾ ਮੀਨਿੰਗ ਹੁੰਦਾ, ਠੀਕ ਆ। ਆ ਜਿਹੜਾ ਪੈਡਲੌਕ ਦੀ ਆਪਾਂ ਗੱਲ ਕਰਦੇ ਸੀ, ਤਾਂ ਫਿਰ ਇਹਦਾ B ਆਨਸਰ ਹੈ। ਇਟ ਇੰਡੀਕੇਟਸ ਦੈਟ ਆਇਡੈਂਟੀਟੀ ਆਫ URL ਪ੍ਰੂਵਡ ਬਾਈ ਸਮ ਥਰਡ ਪਾਰਟੀ। ਥਰਡ ਪਾਰਟੀ ਨੇ ਉਹਨੂੰ ਪ੍ਰੂਫ ਕੀਤਾ ਕਿ ਦਿਸ ਇਜ਼ ਏ ਵੈਲਿਡ, ਠੀਕ ਹੈ। ਜਿਵੇਂ ਆਪਾਂ ਕੋਈ ਵੀ ਚੀਜ਼ ਖਰੀਦਦੇ ਹਾਂ ਉਹਦੇ ਤੇ ISI ਮਾਰਕਾ ਨਹੀਂ ਪੜ੍ਹਦੇ ਆਪਾਂ, ਉਹ ਪ੍ਰੂਫ ਹੁੰਦਾ ਕਿ ਦਿਸ ਇਜ਼ ਏ ਜੈਨੂਇਨ ਕੁਆਲਿਟੀ। ਜਿਵੇਂ ਫਸਾਈ ਦਾ ਹੁੰਦਾ ਫੂਡ ਸੇਫਟੀ ਸਿਕਿਉਰਿਟੀ ਅਥਾਰਟੀ ਆਫ ਇੰਡੀਆ, ਫਸਾਈ ਨਹੀਂ ਖਾਣੇ ਦੇ ਪ੍ਰੋਡਕਟਾਂ ਦੇ ਜਿੱਥੇ ਫਸਾਈ ਦਾ ਮਾਰਕਾ ਲੱਗਿਆ ਹੋਵੇ ਆਪਾਂ ਕਹਿ ਦਿੰਦੇ ਹਾਂ ਫੂਡ ਸੇਫਟੀ ਐਂਡ ਸਿਕਿਉਰਿਟੀ ਅਥਾਰਟੀ ਆਫ ਇੰਡੀਆ ਦੁਆਰਾ ਇਹ ਅਪਰੂਵਡ ਹੈ ਚੀਜ਼, ਠੀਕ ਹੈ। ਉਵੇਂ ਹੀ ਇਹ ਥਰਡ ਪਾਰਟੀ ਨੂੰ ਕੀ ਕਰਦਾ? ਪ੍ਰੂਵ ਕਰ ਦਿੰਦਾ। ਅਗਲਾ ਕੁਐਸਚਨ ਹੈ, ਕਹਿੰਦਾ ਇਟ ਇਜ਼ ਐਕਸਪੈਕਟਡ ਦੈਟ ਕਲਾਊਡ ਕੰਪਿਊਟਿੰਗ ਵਿਲ ਰਿਪਲੇਸ ਵਿਚ ਆਫ ਦੀ ਫੋਲੋਇੰਗ। ਕਹਿੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਵੀ ਕਲਾਊਡ ਕੰਪਿਊਟਿੰਗ ਹੈ ਜਿਹੜਾ ਉਹ ਹੇਠ ਲਿਖਿਆਂ ਨੂੰ ਕਿਹੜੇ ਨੂੰ ਰਿਪਲੇਸ ਕਰ ਦੂਗਾ? ਐਕਸਪੈਂਸਿਵ ਪਰਸਨਲ ਹਾਰਡਵੇਅਰ, ਐਕਸਪੈਂਸਿਵ ਪਰਸਨਲ ਸੌਫਟਵੇਅਰ, ਬੋਥ ਏ ਐਂਡ ਬੀ, ਨਨ ਆਫ ਦੀ। ਦੇਖੋ ਯਾਰ ਬਹੁਤ ਸਿਰਾ ਕੁਐਸਚਨ ਹੈ ਇਹ। ਕਲਾਊਡ ਕੰਪਿਊਟਿੰਗ ਆਉਣ ਵਾਲੇ ਸਮੇਂ ਦੀ ਇੱਕ ਟੈਕਨੋਲੋਜੀ ਹੈ ਐਵੇਂ ਦੀ, ਤਾਂ ਉਹ ਇਹ ਦੋਨਾਂ ਚੀਜ਼ਾਂ ਨੂੰ ਰਿਮੂਵ ਕਰ ਦੂ, ਹਾਰਡਵੇਅਰ ਨੂੰ ਵੀ ਤੇ ਸੌਫਟਵੇਅਰ ਨੂੰ ਵੀ। ਤੁਹਾਨੂੰ ਖਰੀਦਣਾ ਹੀ ਨਹੀਂ ਪੈਣਾ। ਜਿਵੇਂ ਆਪਾਂ ਮਹਿੰਗੇ ਸੌਫਟਵੇਅਰ ਖਰੀਦਦੇ ਹਾਂ, ਜਿਵੇਂ ਅਸੀਂ ਮੈਟਲੈਬ ਸੌਫਟਵੇਅਰ ਖਰੀਦਦੇ ਹਾਂ, ਹੈ ਨਾ, ਮੈਟਲੈਬ ਮੈਟ੍ਰਿਕਸ ਲੈਬੋਰਟਰੀ ਹੈ, ਇਹ 15-20 ਲੱਖ ਰੁਪਏ ਦਾ ਸੌਫਟਵੇਅਰ ਹੈ। ਜਿਵੇਂ ਆਪਾਂ ਆਫਿਸ ਖਰੀਦਦੇ ਹਾਂ ਉਹ ਵੀ ਵਾਹਵਾ ਕਾਸਟਲੀ ਸੌਫਟਵੇਅਰ ਹੈ। ਆਪਾਂ ਤਾਂ ਜਿਵੇਂ ਕਹਿ ਲਓ ਪਾਇਰੇਟਡ ਹੀ ਵਰਤੀ ਜਾਂਦੇ ਹਾਂ, ਜਿਹਦੇ ਕਿਸੇ ਕੋਲ ਹੋਊਗਾ ਐਪਲ ਦਾ ਲੈਪਟਾਪ ਹੋਊਗਾ ਉਹਦੇ 'ਚ ਇਹ ਪਾਇਰੇਟਡ ਚੀਜ਼ਾਂ ਚੱਲਦੀਆਂ ਨਹੀਂ, ਕਿਉਂਕਿ ਐਪਲ ਪਾਇਰੇਸੀ ਨੂੰ ਅਲਾਓ ਨਹੀਂ ਕਰਦਾ, ਠੀਕ ਆ। ਉੱਥੇ ਬੰਦਿਆਂ ਨੂੰ ਕੋਈ ਹੋਰ ਜੁਗਾੜ ਲਾਉਣਾ ਪੈਂਦਾ। ਤਾਂ ਇਹ ਚੀਜ਼ਾਂ ਹੁਣ ਮੰਨ ਲਓ ਸਾਨੂੰ ਮੈਟਲੈਬ ਦੇ ਵਿੱਚ ਅਸੀਂ 15 ਦਿਨ ਕੰਮ ਕਰਨਾ, 15 ਲੱਖ ਲਾ ਕੇ ਪੈਸੇ ਵੇਸਟ ਜਾਣਗੇ। ਤਾਂ ਕਲਾਊਡ ਕੰਪਿਊਟਿੰਗ ਇੱਕ ਐਵੇਂ ਦੀ ਟੈਕਨੀਕ ਆ ਜਿਹਦੇ ਵਿੱਚ ਸਾਰਾ ਕੁਝ ਕਲਾਊਡ ਤੇ ਪਿਆ, ਉਹਦੇ ਤੋਂ ਆਪਾਂ ਸਰਵਿਸ ਲੈ ਸਕਦੇ ਹਾਂ। ਜਿਵੇਂ ਕਲਾਊਡ ਕੰਪਿਊਟਿੰਗ ਦੇ ਵਿੱਚ ਸਰਵਰ, ਵਰਚੁਅਲ ਡੈਸਕਟਾਪ, ਸੌਫਟਵੇਅਰ,
ਐਪਲੀਕੇਸ਼ਨ, ਡੇਟਾ ਸਟੋਰੇਜ ਸਾਰਾ ਕਲਾਊਡ ਤੇ ਮਿਲ ਜੂ। ਜਿਵੇਂ ਅੱਜ ਕੱਲ੍ਹ ਆਪਾਂ ਨੂੰ ਹਾਰਡ ਡਿਸਕ ਖਰੀਦਣ ਦੀ ਲੋੜ ਨਹੀਂ, ਤੁਸੀਂ ਕਲਾਊਡ ਤੋਂ ਇੰਟਰਨੈਟ ਤੋਂ ਸਪੇਸ ਲੈ ਲਓ। ਜਿਵੇਂ ਗੂਗਲ ਆਪਾਂ ਨੂੰ ਜੀਮੇਲ ਆਪਾਂ ਨੂੰ 15 GB ਦਿੰਦਾ, ਡਰੌਪਬਾਕਸ 2 GB ਦਿੰਦਾ, ਵੀਮਿਓ ਸ਼ਾਇਦ ਪਤਾ ਨਹੀਂ 500 GB 500 MB ਦਿੰਦਾ, ਪਤਾ ਨਹੀਂ 1 GB ਦਿੰਦਾ। ਇਹ ਕੀ ਨੇ? ਕਲਾਊਡ ਪਲੇਟਫਾਰਮ ਨੇ, ਕਲਾਊਡ ਕੰਪਿਊਟਿੰਗ ਦੇ ਅੰਡਰ ਆਉਂਦੇ ਨੇ। ਕਲਾਊਡ ਕੰਪਿਊਟਿੰਗ ਦਾ ਇਹ ਆਰਕੀਟੈਕਚਰ ਹੈ ਵੀ ਜਿਵੇਂ ਤੁਸੀਂ ਰੈਮ, ਤੁਹਾਨੂੰ 32 GB ਰੈਮ ਚਾਹੀਦੀ ਹੈ, ਤੁਹਾਨੂੰ ਖਰੀਦਣ ਦੀ ਲੋੜ ਨਹੀਂ, ਤੁਸੀਂ ਆਨਲਾਈਨ ਰੈਮ ਲੈ ਸਕਦੇ ਹੋ, ਆਨਲਾਈਨ ਕੋਈ ਸੌਫਟਵੇਅਰ ਲੈ ਸਕਦੇ ਹੋ, ਆਨਲਾਈਨ ਕੋਈ ਪ੍ਰੋਗਰਾਮ ਲੈ ਸਕਦੇ ਹੋ, ਕੋਈ ਲੈਂਗੁਏਜ ਖਰੀਦ ਸਕਦੇ ਹੋ। ਉਹਦਾ ਬਿੱਲ ਪੇ ਕਰੋ ਤੇ ਬਾਅਦ ਦੇ ਵਿੱਚ ਸਰਵਿਸ ਵਰਤ ਕੇ ਆਪਦਾ ਕੰਮ ਕੱਢ ਲਓ। ਤੇ ਇਹਨੂੰ ਅਸੀਂ ਬੋਲ ਦਿੰਦੇ ਹਾਂ ਕਲਾਊਡ ਕੰਪਿਊਟਿੰਗ। ਸਾਰਾ ਕੁਝ ਕਲਾਊਡ ਦੇ ਵਿੱਚ ਪਿਆ। ਤੁਹਾਨੂੰ ਇੱਕ ਡਿਵਾਈਸ ਚਾਹੀਦਾ, ਸਿਰਫ ਕੱਲਾ ਇੱਕ ਜਿਵੇਂ ਫੋਨ ਚਾਹੀਦਾ, ਉਹਦੇ ਵਿੱਚ ਹੀ ਤੁਹਾਡਾ ਸਾਰਾ ਕੰਮ ਹੋ ਜਾ ਕਰੂਗਾ। ਜਾਂ ਕੀਬੋਰਡ PDA ਵਰਤ ਲਓ, ਪਰਸਨਲ ਡਿਜੀਟਲ ਅਸਿਸਟੈਂਟ ਜਿਹਨੂੰ ਬੋਲਦੇ ਆ, ਉਹਦੇ ਨਾਲ ਕੀਬੋਰਡ ਲਾ ਲਓ, ਹਨਾ, ਤਾਂ ਉਹ ਸਾਰਾ ਕੰਮ ਹੋ ਜਾਊਗਾ। ਮੋਬਾਈਲ, ਲੈਪਟਾਪ, ਪ੍ਰਿੰਟਰ ਇਹ ਤੁਸੀਂ ਆਪਦੇ ਵਰਤ ਲਓ। ਇੰਨੇ ਇੱਕ ਡੈਸਕਟਾਪ ਆਪਦੇ ਲਾ ਲਓ। ਇੱਕ ਨੈਟਵਰਕ ਬਣ ਗਿਆ। ਬਾਕੀ ਸਾਰੀਆਂ ਪਾਵਰਾਂ ਇੱਥੋਂ ਖਰੀਦ ਲਓ। ਅੱਜ ਆਉਣ ਵਾਲੇ ਸਮੇਂ 'ਚ ਇਹ ਹੋ ਜਾਣਾ। ਤਾਂ ਇਹਦੇ ਵਿੱਚ ਕਿਹੜੀਆਂ ਸਰਵਿਸ ਮਿਲਦੀਆਂ ਨੇ ਕਲਾਊਡ ਕੰਪਿਊਟਿੰਗ ਦੇ ਵਿੱਚ? ਸੌਫਟਵੇਅਰ ਐਜ਼ ਏ ਸਰਵਿਸ, SaaS, ਇਹਦੀ ਐਬਰੀਵੇਸ਼ਨ ਪੁੱਛੀ ਜਾ ਸਕਦੀ ਹੈ, ਬਹੁਤ ਇੰਪੋਰਟੈਂਟ ਹੈ। ਸੌਫਟਵੇਅਰ ਐਜ਼ ਏ ਸਰਵਿਸ, ਇਹਦੇ ਵਿੱਚ ਆਪਾਂ ਕੀ ਲੈ ਸਕਦੇ ਹਾਂ? ਈਮੇਲ ਲੈ ਸਕਦੇ ਹਾਂ, CRM ਹੁੰਦਾ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਇਹਦੇ ਲਈ ਕੋਈ ਸੌਫਟਵੇਅਰ ਲੈ ਸਕਦੇ ਹਾਂ। ERP ਹੁੰਦਾ, ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ, ਇਹ ਕੰਪਨੀਆਂ ਦੇ ਵਿੱਚ ਵਰਤਿਆ ਜਾਂਦਾ, ਇਹ ਲੈ ਸਕਦੇ ਹਾਂ। ਕੋਲੈਬੋਰੇਸ਼ਨ ਦੇ ਲਈ ਕੋਈ ਸੌਫਟਵੇਅਰ ਲੈ ਸਕਦੇ ਹਾਂ, ਹਨਾ। ਇਹ ਮੇਨ ਕਾਹਦੇ ਵਾਸਤੇ ਹੁੰਦਾ? ਕੰਜ਼ਿਊਮਰਸ ਵਾਸਤੇ ਹੁੰਦਾ, ਜਿਹੜੇ ਕੰਜ਼ਿਊਮ ਕਰਦੇ ਨੇ। ਜਿਵੇਂ ਈਮੇਲ ਆ, CRM, ERP, ਇਹ ਕੰਜ਼ਿਊਮਰ ਵਾਸਤੇ ਵਰਤੀ ਜਾਂਦੀ ਹੈ ਸੌਫਟਵੇਅਰ ਐਜ਼ ਏ ਸਰਵਿਸ। ਦੂਸਰਾ ਹੁੰਦਾ ਪਲੇਟਫਾਰਮ ਐਜ਼ ਏ ਸਰਵਿਸ। ਇਹ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ, ਪਲੇਟਫਾਰਮ ਐਜ਼ ਏ ਸਰਵਿਸ। ਇਹਦੇ ਵਿੱਚ ਆਪਾਂ ਪਲੇਟਫਾਰਮ ਖਰੀਦ ਸਕਦੇ ਹਾਂ, ਜਿਹਦੇ ਵਿੱਚ ਆਪਾਂ ਐਪ ਡਿਵੈਲਪਮੈਂਟ ਕਰ ਸਕਦੇ ਹਾਂ, ਡਿਸੀਜਨ ਸਪੋਰਟ ਕਰ ਸਕਦੇ ਹਾਂ, ਵੈਬ ਡਿਜ਼ਾਈਨਿੰਗ ਕਰ ਸਕਦੇ ਹਾਂ, ਸਟਰੀਮਿੰਗ ਕਰ ਸਕਦੇ ਹਾਂ। ਤੇ ਮੋਸਟਲੀ ਬਿਲਟ ਔਨ ਇਟ। ਇਹ ਪਲੇਟਫਾਰਮ ਲੈ ਲਾਂਗੇ, ਇਹਦੇ ਉੱਤੇ ਆਪਾਂ ਕੁਝ ਬਣਾਵਾਂਗੇ, ਲੈਂਗੁਏਜ ਬਣਾ ਲਾਂਗੇ, ਵੈਬਸਾਈਟ ਬਣਾ ਲਾਂਗੇ, ਇਹਦੇ ਉੱਤੇ ਆਪਾਂ ਬਣਾ ਸਕਦੇ ਹਾਂ ਬਿਲਟ ਔਨ ਇਟ। ਠੀਕ ਹੈ। ਤੀਸਰਾ ਹੁੰਦਾ ਹੈ ਇਨਫਰਾਸਟ੍ਰਕਚਰ ਐਜ਼ ਏ ਸਰਵਿਸ। ਪਹਿਲਾ ਤਾਂ ਸੀਗਾ ਜੀ ਸੌਫਟਵੇਅਰ, ਦੂਸਰਾ ਹੈ ਪਲੇਟਫਾਰਮ, ਤੀਸਰਾ ਹੈ ਇਨਫਰਾਸਟ੍ਰਕਚਰ। ਏ ਤੇ ਹੈਗਾ ਐਜ਼ ਏ ਸਰਵਿਸ, ਏ ਤੇ ਐਜ਼ ਏ ਸਰਵਿਸ ਹੈ ਨਾ। ਇਹਦੇ ਵਿੱਚ ਕੋਚਿੰਗ ਦੇ ਜਿੰਨੇ ਵੀ ਆਪਾਂ ਜਿਵੇਂ ਹੁਣ ਕਿਸੇ ਨੇ ਆਨਲਾਈਨ ਕੋਚਿੰਗ ਦੇਣੀ ਆ, ਆਪਾਂ ਐਪ ਖਰੀਦਦੇ ਆ, ਉਹਦੇ ਲਈ ਪਲੇਟਫਾਰਮ ਵੀ ਮਿਲ ਜਾਂਦਾ ਆਪਾਂ ਨੂੰ, ਇਨਫਰਾਸਟ੍ਰਕਚਰ ਵੀ ਮਿਲ ਜਾਂਦਾ ਵੀ ਜਿੱਥੇ ਆਪਾਂ ਉਸ ਨੂੰ ਡਿਪਲੋਏ ਕਰਨਾ। ਲੈਗੈਸੀ ਸਿਸਟਮ ਬਣ ਜਾਂਦਾ, ਨੈਟਵਰਕਿੰਗ, ਸਿਕਿਉਰਿਟੀ, ਫਾਈਲਸ, ਸਾਰਾ ਕੁਝ ਆਪਾਂ ਨੈਟਵਰਕ ਤੇ ਹੀ ਰੱਖ ਸਕਦੇ ਆ, ਇਨਫਰਾਸਟ੍ਰਕਚਰ ਮਿਲ ਜੂਗਾ। ਤੇ ਮਾਈਗ੍ਰੇਟ ਟੂ ਇਟ, ਇਹਦੇ ਉੱਤੇ ਆਪਾਂ ਜਾ ਸਕਦੇ ਆ ਕਿ ਜੇ ਹੁਣ ਆਪਾਂ YouTube ਛੱਡ ਕੇ ਕਿਸੇ ਐਪ ਤੇ ਚਲੇ ਜਾਈਏ, ਮਾਈਗ੍ਰੇਟ ਕਰ ਜਾਈਏ, ਉੱਥੋਂ ਤੁਹਾਨੂੰ ਸਰਵਿਸ ਦੇਈਏ, ਉਹ ਇਨਫਰਾਸਟ੍ਰਕਚਰ ਹੋ ਜਾਊਗਾ। ਠੀਕ ਹੈ। ਪਲੇਟਫਾਰਮ ਦੁਆਰਾ ਅਸੀਂ ਆਪਣਾ ਕੁਝ ਡਿਵੈਲਪ ਕਰ ਸਕਦੇ ਹਾਂ। ਤਾਂ ਇਹ ਮੇਨ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਕਲਾਊਡ ਕੰਪਿਊਟਿੰਗ ਪ੍ਰੋਵਾਈਡ ਕਰਦਾ। ਇਹ ਚੀਜ਼ਾਂ ਕਲਾਊਡ ਕੰਪਿਊਟਿੰਗ ਪ੍ਰੋਵਾਈਡ ਕਰਦਾ। ਤਾਂ ਕਲਾਊਡ ਕੰਪਿਊਟਿੰਗ ਕੀ ਹੈ? ਉਹ ਵਾਲੀ ਟੈਕਨੀਕ ਜਿਹਦੇ ਵਿੱਚ ਸਾਰਾ ਕੁਝ ਹਾਰਡਵੇਅਰ, ਸੌਫਟਵੇਅਰ ਸਾਨੂੰ ਆਨਲਾਈਨ ਮਿਲ ਜਾਂਦਾ। ਠੀਕ ਹੈ। ਸੋ ਆਉਣ ਵਾਲਾ ਜ਼ਮਾਨਾ ਇਸੇ ਦਾ ਹੀ ਆ। ਤਾਂ ਪੁੱਛਿਆ ਵੀ ਕਿਹੜੀਆਂ ਚੀਜ਼ਾਂ ਰਿਪਲੇਸ ਹੋ ਜਾਣਗੀਆਂ? ਐਕਸਪੈਂਸਿਵ ਪਰਸਨਲ ਹਾਰਡਵੇਅਰ, ਤੁਹਾਨੂੰ ਆਪਣਾ ਪਰਸਨਲ ਹਾਰਡਵੇਅਰ ਲੈਣ ਦੀ ਲੋੜ ਨਹੀਂ ਤੇ ਪਰਸਨਲ ਸੌਫਟਵੇਅਰ ਲੈਣ ਦੀ ਲੋੜ ਨਹੀਂ, ਸਾਰਾ ਕੁਝ ਆਨਲਾਈਨ ਹੋ ਜਾਊਗਾ। ਜਿਵੇਂ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਨੇ, ਉੱਥੇ ਕੀ ਹੁੰਦਾ ਅੱਜ ਕੱਲ੍ਹ ਲੋਕਾਂ ਦੇ, ਜਿਵੇਂ ਜਿਹੜੇ ਖੇਤੀ ਕਰਦੇ ਉਹਨਾਂ ਨੂੰ ਪਤਾ ਹੋਊਗਾ, ਆਪਾਂ ਟਰੈਕਟਰ ਖਰੀਦਦੇ ਆ, ਹੁਣ 10-15 ਲੱਖ ਤੁਹਾਨੂੰ ਟਰੈਕਟਰ ਤੇ ਲਾਉਣ ਦੀ ਲੋੜ ਨਹੀਂ। ਜੇ ਤੁਸੀਂ 4-5 ਕਿੱਲੇ ਵਾਲੇ ਕਿਸਾਨ ਹੋ ਤਾਂ ਤੁਸੀਂ ਉਹ ਟਰੈਕਟਰ ਕਿਰਾਏ ਤੇ ਲਿਆ ਸਕਦੇ ਹੋ। ਉੱਥੇ ਹਲ, ਤਵੀਆਂ, ਸੁਹਾਗਾ, ਕੰਪਿਊਟਰ ਕਰਾਹਾ, ਸਾਰਾ ਕੁਝ ਉੱਥੋਂ ਮਿਲਦਾ। ਕਈ ਪਿੰਡਾਂ ਨੇ ਉਹ ਸਕੀਮ ਨੂੰ ਵਧੀਆ ਇੰਪਲੀਮੈਂਟ ਕੀਤਾ ਹੋਇਆ, ਕਈਆਂ ਨੇ ਨਹੀਂ ਇੰਪਲੀਮੈਂਟ ਕੀਤਾ ਹੋਇਆ। ਤਾਂ ਉੱਥੇ ਤੁਸੀਂ ਥੋੜਾ ਪੈਸੇ ਲਾਉਣੇ, ਤੁਸੀਂ ਉਹਨਾਂ ਕੁ ਰੈਂਟ ਦੇ ਦਿਓ ਤਾਂ ਉੱਥੇ ਕੰਮ ਕਰਾ ਲਓ। ਸੋ ਇਹ ਚੀਜ਼ਾਂ ਉਹੀ ਨੇ ਇੱਥੇ। ਤਾਂ ਦੋਨੋਂ ਇਹਦਾ ਆਨਸਰ ਹੈ। ਦੋਨੇ ਚੀਜ਼ਾਂ ਰਿਪਲੇਸ ਹੋ ਜਾਣਗੀਆਂ। ਪਰਸਨਲ ਹਾਰਡਵੇਅਰ ਵੀ ਨਹੀਂ ਖਰੀਦਣਾ ਪਊ, ਸੌਫਟਵੇਅਰ ਵੀ ਨਹੀਂ ਖਰੀਦਣਾ। ਤਾਂ ਆਨਸਰ ਹੈਗਾ C। ਠੀਕ ਹੈ। ਸੋ ਇਹ ਆਪਾਂ ਡਿਸਕਸ ਕੀਤੇ ਨੇ 11 ਕੁਐਸਚਨ PSSB ਸਟੈਨੋਗ੍ਰਾਫਰ ਦੇ 2015 ਦੇ। ਆਈ ਹੋਪ ਕਿ ਇਹਨਾਂ ਤੋਂ ਤੁਹਾਨੂੰ ਕੁਝ ਇਨਸਾਈਟ ਜ਼ਰੂਰ ਮਿਲਿਆ ਹੋਊਗਾ। ਇਸ ਤਰ੍ਹਾਂ ਦੇ ਕੁਐਸਚਨ ਆਉਣਗੇ। ਮੈਂ ਵਾਰੀ ਕਹਿ ਰਿਹਾ ਕਿ ਤੁਸੀਂ ਗ੍ਰੈਂਡ ਸੀਰੀਜ਼ ਜ਼ਰੂਰ ਦੇਖੋ ਜਾ ਕੇ। ਬਾਕੀ ਨੋਟਸ ਚਾਹੀਦੇ ਨੇ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ। ਸੋ ਇਹ ਪਾਰਟ 2 ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਦੀ ਮੈਰਾਥਨ ਵੀ ਲੈ ਕੇ ਆਵਾਂਗੇ। ਜਿਵੇਂ ਕਲੈਰੀਕਲ ਦੀਆਂ ਪੋਸਟਾਂ ਆਉਣਗੀਆਂ, ਮੈਰਾਥਨ ਵੀ ਲੈ ਕੇ ਆਵਾਂਗੇ। ਤੇ ਇੱਕ ਤੁਸੀਂ ਮੈਨੂੰ ਪੁਰਾਣੇ ਕੁਐਸਚਨ ਜ਼ਰੂਰ ਭੇਜਿਓ। 2021 ਦਾ ਕਲੈਰੀਕਲ ਦਾ ਹੈਗਾ ਮੇਰੇ ਕੋਲੇ, 2018 ਦਾ ਮੈਂ ਕਰਾਤਾ, ਸਟੈਨੋਗ੍ਰਾਫਰ ਦਾ ਕਰਾਤਾ, ਕਲਰਕ IT ਦਾ ਪੇਪਰ ਵੀ ਹੈਗਾ। ਇਹਦੇ ਤੋਂ ਬਿਨਾ ਚਾਹੇ ਇੱਕ ਪੇਪਰ ਮੇਰੇ ਕੋਲੇ ਹੈਗਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦਾ, ਉਹਦਾ ਵੀ ਕਲੈਰੀਕਲ ਦਾ ਮੈਂ ਕਰਵਾਊਂਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਬਹੁਤ ਸਾਰਾ ਕੰਮ ਲੈ ਕੇ ਆ ਰਹੇ ਹਾਂ ਕਲੈਰੀਕਲ ਪੋਸਟਾਂ ਦੇ ਲਈ।
ਪਰ ਇਹ ਆ ਵੀ ਤੁਸੀਂ ਵੀ ਮੇਰੀ ਥੋੜੀ ਬਹੁਤ ਹੈਲਪ ਕਰੋ। ਇੱਕ ਤਾਂ ਇਹ ਹੈ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ, ਕਿ ਸ਼ੇਅਰ ਕਰਦਿਆ ਕਰੋ ਚੀਜ਼ਾਂ ਨੂੰ, ਹਨਾ। ਤੇ ਦੂਸਰਾ ਹੈਗਾ ਵੀ ਤੁਸੀਂ ਨੋਟਸ ਤੁਸੀਂ ਲੈ ਲਿਓ ਤੇ ਮੈਨੂੰ ਪੁਰਾਣੇ ਕੁਐਸਚਨ ਦੇ ਦਿਆ ਕਰੋ, ਕਿਉਂਕਿ ਹਥਿਆਰ ਤਾਂ ਮੇਰੇ ਕੋਲੇ ਪੁਰਾਣੇ ਕੁਐਸਚਨ ਹੀ ਨੇ। ਜੇ ਮੇਰੇ ਕੋਲ ਹਥਿਆਰ ਹੋਣਗੇ ਮੈਂ ਤਾਂ ਹੀ ਤੁਹਾਨੂੰ ਕਰਾ ਸਕਦਾ, ਠੀਕ ਹੈ। ਸੋ ਉਹਨਾਂ ਟਾਈਮ ਦੇਖਦੇ ਰਹੋ ਬਾਕੀ ਦੀਆਂ ਪਲੇਲਿਸਟ। ਸੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।